वाहिगुरु जी का खालसा वाहिगुरु जी की फतेह। लोक प्रलोक के रखियक दसा पातशाहियां दी आत्मक जोत श्री गुरु ग्रंथ साहिब सच्चे पातशाह जी दी पावन गोद विच बड़े ही सत्कार सहित शाम दे दीवाना विच आप जी जुड़ बैठे हो। आओ जीवन दियां इन्हां घड़ियां नूं सफलियां बनाइए। सतगुरां दी पावन महिमा दे विचों आप जी ने सरवण कीता सी। सुल्तानपुर लोधी दी धरती नूं छड्ड के गुरु नानक साहब सच्चे पातशाह जी भाई मरदाना जी दे समेत चलदे चलदे 17 दिनां दा सफ़र पैदल तय करते होए एमनाबाद पहुँचे आ। तरखान सिख भाई लालो दे घर जा करके सतगुरां ने गुहार लगाई। भाई लालो जी चल के दहलीज विच आए ने, वेखिया साईं दे फकीर खड़े आ। दर्शन करके नदरों नदर निहाल होए, पर यह नहीं पता ये है कौन ने। पुछया तुसी कौन हो, कित्थों आए हो? गुरु नानक साहब महाराज कहंदे असी दरवेश हाँ, देशां विदेशां दे रटण ते हाँ, भ्रमण ते हाँ। अज रात कट्टण तेरे घर आए हैं। सुन भाई लालो बड़े खुश होए, लोग ते मैनू शूदर कहिंदे आ। धन भाग मेरे कोई इस गरीब दी कुली विच भी आया। इन्ना प्यार अंदर है, आखण लगे मैनू नहीं पता, मैं तुहानू नहीं जानदा, तुसी कौन हो, पर लगदा है तुसी मेरे अपने हो। संत रूप लगदे हो, तुहानू वेख वेख मैनू सकून मिलदा है, मैं बेचैन हो रहा। जानदा भी नहीं आ ते लगदा है तुसी जान पछाणदे हो। गुरु नानक साहब महाराज कहंदे भाई तू अपनी किरत कर, तेनू रब चेते आवे, तेनू वाहिगुरू भुले ना कदे। अपनी किरत भी शुरू कीती है, फिर मन विच ख्याल आउंदे आ ये कोई आम नहीं है, जिहदा चेहरा वेखिया तो मैनू अपने आप दी होश नहीं रहिंदी। जो सहज सुभाव चल के मेरे गरीब दे घर आए ने, कोई ते जन्मां जन्मां दा संबंध है। भाई लालो जी गुरु नानक साहब जी दे बारे बिल्कुल नहीं जानते, पहली मुलाकात है। इत्थों तक आप जियां ने पवित्र पावन प्रसंगां नूं सरवण कीता। आओ जी सुरत करके ध्यान करके उस रब दे प्यारे भाई लालो दे घर चलीए, जिथे रब जी आप आन बैठे आ। पाओ प्रेम दी सांझ गज वज के आखो जी सतनाम श्री वाहिगुरु साहिब जी। सतनाम श्री वाहिगुरु साहिब जी। दोवैया छंद
ਪ੍ਰਗਟਿਓ ਤਪਾਇਕ ਸ਼੍ਰੀ ਨਾਨਕ, ਭਾਸਤ ਹੋ ਤੁਮ ਸੋ, ਨਹਿ ਸਮਾਨ ਰਾਵਰ ਕੋ ਦੀਸਹਿ, ਖੋਜੋ ਦਸ ਦਿਸ ਸੋ। ਜਿਸ ਵੇਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਤਾਈ ਭਾਈ ਲਾਲੋ ਜੀ ਵਾਰ-ਵਾਰ ਬੇਨਤੀਆਂ ਕਰਦੇ ਆ, ਕਹਿੰਦੇ ਸੱਜਣਾ ਮੈਂ ਤੈਨੂੰ ਜਾਤੀ ਤੌਰ ਤੇ ਜਾਣਦਾ ਨਹੀਂ ਆ, ਪਰ ਮੈਨੂੰ ਕਿਉਂ ਲੱਗਦਾ ਹੈ ਤੁਸੀਂ ਮੇਰੇ ਹੋ, ਮੇਰੇ ਆਪਣੇ ਹੋ, ਆਪਾਂ ਕਦੇ ਕਿਤੇ ਮਿਲੇ ਸੀ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਬਾਰ-ਬਾਰ ਭਾਈ ਲਾਲੋ ਜੀ ਵੱਲ ਤੱਕ ਰਹੇ ਨੇ, ਵੇਖ ਰਹੇ ਨੇ। ਉਹ ਬੈਠੇ ਆਪਣੇ ਮੰਜੇ ਦੀ ਬਾਹੀ ਨੂੰ ਠੋਕ ਰਹੇ ਨੇ ਭਾਈ ਲਾਲੋ ਜੀ ਵਿਹੜੇ ਵਿੱਚ। ਮਨ ਵਿੱਚ ਤਰ੍ਹਾਂ ਤਰ੍ਹਾਂ ਦੇ ਖਿਆਲ ਆਉਂਦੇ ਨੇ, ਮੈਂ ਕਦੇ ਮਿਲਿਆ ਵੀ ਨਹੀਂ ਇਹਨਾਂ ਨੂੰ, ਕਿਤੇ ਇਹਨਾਂ ਫਕੀਰਾਂ ਨੂੰ ਵੇਖਿਆ ਵੀ ਨਹੀਂ, ਇਹ ਆਪਣੇ ਆਪ ਚੱਲ ਕੇ ਮੇਰੇ ਘਰ ਆਏ ਨੇ, ਪਰ ਇਦਾਂ ਲੱਗਦਾ ਵੀ ਇਹਨਾਂ ਬਿਨਾਂ ਹੁਣ ਮੇਰਾ ਗੁਜ਼ਾਰਾ ਵੀ ਕੋਈ ਨਹੀਂ। ਇਦਾਂ ਦੇ ਖਿਆਲ ਅੰਦਰੋਂ ਆਉਂਦੇ ਆ, ਕਿਉਂਕਿ ਇਹ ਪ੍ਰੇਮ ਦੀ ਦਸ਼ਾ ਹੈ। ਬੇਚੈਨ ਹਨ ਭਾਈ ਲਾਲੋ ਜੀ ਆਪਣੇ ਸੱਜਣ ਦੇ ਸਾਹਮਣੇ, ਪਰ ਅਜੇ ਸੱਜਣ ਦੀ ਪਹਿਚਾਣ ਨਹੀਂ ਹੈ। ਥੋੜੀ ਦੇਰ ਰੁਕ ਕੇ ਜਦੋਂ ਕਈ ਸਵਾਲ ਕਰ ਲੈਣਾ, ਕਿਸੇ ਸਵਾਲ ਦਾ ਤਸੱਲੀ ਬਖਸ਼ ਜਵਾਬ ਹੀ ਨਾ ਮਿਲਿਆ, ਕਹਿੰਦੇ ਕਿਤੇ ਤੁਸੀਂ ਤਪਾ ਜੀ ਤੇ ਨਹੀਂ, ਮੈਨੂੰ ਲੱਗਦਾ ਤੁਸੀਂ ਨਾਨਕ ਤਪਾ ਤੇ ਨਹੀਂ ਹੋ। ਗੁਰੂ ਸਾਹਿਬ ਨੂੰ ਭਾਈ ਲਾਲੋ ਸੰਬੋਧਨ ਕਰਦੇ ਨੇ, ਇਹ ਇੱਕ ਤਕਾਜ਼ਾ ਹੈ, ਗੈਸ ਅੰਦਾਜ਼ਾ ਆਪਣੇ ਮਨ ਕਰਕੇ ਲਾਇਆ ਵੀ ਕਿਤੇ ਉਹੀ ਨਾ ਹੋਣ, ਕਿਉਂਕਿ ਭਾਈ ਲਾਲੋ ਜੀ ਗੁਰੂ ਨਾਨਕ ਸਾਹਿਬ ਜੀ ਦੇ ਬਾਰੇ ਜਾਣਦੇ ਨੇ, ਪਰ ਗੁਰੂ ਸਾਹਿਬ ਨੂੰ ਨਹੀਂ ਜਾਣਦੇ। ਦੋਨਾਂ ਗੱਲਾਂ 'ਚ ਹੀ ਫਰਕ। ਹੁਣ ਤੁਸੀਂ ਕਹੋਗੇ ਭਾਈ ਲਾਲੋ ਜਦੋਂ ਸਤਿਗੁਰਾਂ ਨੂੰ ਮਿਲੇ ਹੀ ਨਹੀਂ, ਜਾਣਦੇ ਕਿਵੇਂ ਨੇ? ਇਹ ਬੜਾ ਵੱਡਾ ਸਵਾਲ ਹੈ, ਇਹਦਾ ਜਵਾਬ ਹੋਣਾ ਚਾਹੀਦਾ। ਭਵਿੱਖਤ ਪੁਰਾਣ ਨੇ ਜ਼ਿਕਰ ਕੀਤਾ ਸੀ, ਗੁਰੂ ਨਾਨਕ ਸਾਹਿਬ ਮਹਾਰਾਜ ਕਲਯੁਗ ਦੇ ਸਮੇਂ ਵਿੱਚ ਇਸ ਧਰਤੀ ਤੇ ਆਉਣਗੇ, ਆਪ ਹਰੀ ਪਰਮੇਸ਼ਵਰ। ਤੇ ਜਿਹੜੇ ਪੰਡਤਾਂ ਨੂੰ ਵੇਦ ਗ੍ਰੰਥ ਪੜ੍ਹਨੇ ਆਉਂਦੇ ਸੀ, ਉਹ ਸਾਰੇ ਦੋ ਸਾਥੀ ਆਪਣੇ ਨਾਲ ਲੈ ਕੇ ਤੁਰੇ ਹੋਏ ਸੀ, ਗਲੀ ਗਲੀ, ਪਿੰਡ ਪਿੰਡ, ਸ਼ਹਿਰ ਸ਼ਹਿਰ, ਵੀ ਮੈਂ ਨਾਨਕ ਹਾਂ। ਤੇ ਲੋਕ ਉਹਨਾਂ ਨੂੰ ਰੱਬ ਮੰਨਦੇ ਸੀ। ਇੱਕ ਤੇ ਇਹ ਪਖੰਡ ਉਦੋਂ ਬੜੇ ਜੋਬਨ ਤੇ ਸੀ, ਉਦੋਂ ਹਜ਼ਾਰਾਂ ਹੀ ਨਾਨਕ ਬਣੇ ਫਿਰਦੇ ਸੀ, ਪਰ ਅਸਲ ਗੁਰੂ ਨਾਨਕ ਇੱਕੋ ਹੀ ਸੀ, ਰੱਬ ਇੱਕੋ ਹੀ ਸੀ। ਪਰ ਚਿਹਰਾ ਬਾਰ-ਬਾਰ ਵੇਖ, ਐਸਾ ਸ਼ਾਂਤ ਜਿਹਾ ਚਿਹਰਾ, ਗੁਲਾਬੀ ਸੁਰਖ ਜਿਹਾ ਰੰਗ, ਸ਼ਰਮੀਲੇ ਜੇ ਨੈਣ, ਮੁਖ ਤੇ ਕਾਲੀ ਜੀ ਦਾੜੀ, ਸਾਦਗੀ ਦੇ ਕੱਪੜੇ। ਭਰ ਜਵਾਨੀ ਵਿੱਚ ਆਏ ਨੇ ਗੁਰੂ ਨਾਨਕ ਸਾਹਿਬ ਮਹਾਰਾਜ, ਸਾਢੇ 35-36 ਸਾਲ ਦੀ ਉਮਰ ਆ ਇੱਥੇ। ਜਦੋਂ ਭਾਈ ਲਾਲੋ ਨਾਲ ਮੁਲਾਕਾਤ ਹੋਈ ਹੈ, ਭਾਈ ਲਾਲੋ ਜੀ ਜਵਾਨੀ ਦੀ ਉਮਰ ਟੱਪ ਕੇ 50-60 ਸਾਲਾਂ ਦੀ ਉਮਰ ਵਿੱਚ ਨੇ। ਇਸ ਵੇਲੇ ਉਮਰ 'ਚ ਵੱਡੇ ਆ ਗੁਰੂ ਸਾਹਿਬ ਤੋਂ, ਪਰ ਇਹ ਚਿਹਰਾ ਬਾਰ-ਬਾਰ ਵਿਸਰਦਾ ਨਹੀਂ, ਭੁੱਲਦਾ ਨਹੀਂ। ਅੰਦਾਜ਼ੇ ਆ ਜੀ, ਕੋਈ ਆਪਾਂ ਨੂੰ ਮਿਲੇ ਤੇ ਸਾਹਮਣੇ ਵਾਲਾ ਆਖੇ, ਆਪਾਂ ਕਹੀਏ ਯਾਰ ਮੈਂ ਤੈਨੂੰ ਵੇਖਿਆ, ਉਹ ਕਹਿੰਦਾ ਪਛਾਣ ਲਾ। ਫਿਰ ਸਾਡਾ ਦਿਮਾਗ ਕਿੰਨੀ ਮੈਮਰੀ ਨੂੰ ਸਰਚ ਕਰਦਾ, ਮੈਮਰੀ ਨੂੰ ਖੋਲ ਵੇਖਦਾ ਹੈ ਵੀ ਉੱਥੇ ਤਾਂ ਨਹੀਂ ਮਿਲਿਆ ਕਿਤੇ, ਇਹ ਉਹ ਤਾਂ ਨਹੀਂ ਫਲਾਣੇ ਦੇ ਵਿਆਹ 'ਚ ਆਇਆ, ਨਹੀਂ ਇਹ ਫਲਾਣੀ ਕੰਟਰੀ 'ਚ ਤਾਂ ਨਹੀਂ ਮਿਲਿਆ ਕਿਤੇ, ਇਹ ਬੰਦਾ ਕਿਤੇ ਸਾਡੀ ਰਿਸ਼ਤੇਦਾਰੀ ਦੇ ਨੇੜੇ ਤੇੜੇ ਤੇ ਨਹੀਂ। ਅੰਦਾਜ਼ੇ ਹੁੰਦੇ ਆ ਨਾ ਮਨ ਦੇ। ਹੁਣ ਭਾਈ ਲਾਲੋ ਉਹ ਅੰਦਾਜ਼ੇ ਲਾਉਣ ਲੱਗੇ ਹੋਏ ਆ, ਕਹਿੰਦੇ ਤੁਸੀਂ ਕਿਤੇ ਤਪਾ ਜੀ ਤੇ ਨਹੀਂ ਹੋ ਨਾ, ਤਪੱਸਿਆ ਕਰਨ ਵਾਲੇ ਤਪਸਵੀ। ਮੈਨੂੰ ਲੱਗਦਾ ਕਿਉਂ ਮੇਰਾ ਮਨ ਕਹੀ ਜਾਂਦਾ ਵੀ ਤੁਸੀਂ ਗੁਰੂ ਨਾਨਕ ਹੋ, ਤੁਸੀਂ ਨਾਨਕ ਜੀ ਤਪਾ ਹੋ, ਪਰ ਮਰਦ ਨੇ ਨਹੀਂ ਕਿਹਾ ਵੀ ਹਾਂ ਮੈਂ ਉਹੀ ਨਾਨਕ। ਇੱਥੇ ਤੇ ਕੋਈ ਆਖੇ ਭਾਈ ਸਾਹਿਬ ਤੁਹਾਡਾ ਬੜਾ ਨਾਂ ਸੁਣਿਆ ਹੈ, ਉਹ ਫਲਾਣਾ ਬੰਦਾ ਹੈ, ਤੁਸੀਂ ਉਹੀ ਤਾਂ ਨਹੀਂ ਕਿਤੇ? ਬੰਦਾ ਹੁੱਬ ਕੇ ਕਹਿੰਦਾ ਹਾਂ ਬਾਈ ਮੈਂ ਉਹੀ ਹਾਂ, ਮੇਰੇ ਸਾਹਮਣੇ ਤੂੰ ਖੜਿਆ ਤੇ ਤੇਰੇ ਸਾਹਮਣੇ ਮੈਂ ਖੜਾ। ਤੇ ਰੱਬ ਦੀ ਨਿਸ਼ਾਨੀ ਵੇਖੋ, ਗੁਰੂ ਸਾਹਿਬ ਚੁੱਪ ਨੇ, ਜਾਣਦੇ ਸਭ ਕੁਝ ਨੇ, ਵੇਖਦੇ ਨੇ ਪਿਆਰ ਕਿੱਦਾਂ ਉਛਲਦਾ ਹੈ। ਪਰ ਭਾਈ ਲਾਲੋ ਕਹਿੰਦੇ ਮੇਰਾ ਹਿਰਦਾ ਕਹਿੰਦਾ ਵੀ ਤੁਸੀਂ ਨਾਨਕ ਹੋ, ਪਰ ਮੇਰਾ ਦਿਮਾਗ ਕਹਿੰਦਾ ਨਹੀਂ ਤੁਸੀਂ ਕੋਈ ਫਕੀਰ ਹੋ। ਦੁਬਦਾ ਨਾ, ਦੁਬਦਾ ਕਦੋਂ ਪੈਂਦੀ ਹੈ? ਜਦੋਂ ਦਿਲ ਕਹਿੰਦਾ ਮੇਰੀ ਮਨ, ਦਿਮਾਗ ਕਹਿੰਦਾ ਮੇਰੀ ਮਨ। ਹੁਣ ਦੋਨਾਂ ਚੋਂ ਫੈਸਲਾ ਲੈਣਾ ਔਖਾ। ਜੇ ਦਿਲ ਦੀ ਮੰਨੀਏ ਰੋਣਾ ਪੈ ਸਕਦਾ, ਦਿਮਾਗ ਦੀ ਮੰਨੀਏ ਕੁਝ ਖੋਣਾ ਪੈ ਸਕਦਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ 2 ਕਦਮ ਪਿੱਛੇ ਹਟੇ ਨੇ, ਭਾਈ ਮਰਦਾਨਾ ਸਤਿਗੁਰਾਂ ਦੇ ਪਿਛਲੇ ਪਾਸੇ ਖੜੇ ਆ, ਰਵਾਬ ਰੱਖੀ ਮੋਢੇ ਤੇ, ਵੇਖ ਰਹੇ ਨੇ ਭਾਈ ਲਾਲੋ ਵੱਲ। ਭਾਈ ਲਾਲੋ ਆਪਣੇ ਅੰਦਾਜ਼ੇ ਲਾਉਂਦਾ ਕਹਿੰਦਾ ਮੇਰਾ ਮਨ ਕਹਿੰਦਾ ਤੁਸੀਂ ਨਾਨਕ ਤਪਾ ਜੀ ਹੋ।
ਪਰ ਇਹ ਮੈਂ ਕਿਵੇਂ ਕਹਿਦਾ ਵੀ ਤੁਸੀਂ ਨਾਨਕ ਹੋ? ਕੁਛ ਵੀ ਵੈਰੀਫਿਕੇਸ਼ਨ ਨਹੀਂ ਨਾ ਹੈ, ਵੈਰੀਫਾਈਡ ਨਹੀਂ ਹੈ। ਮੈਂ ਮੰਨਾਂ ਵੀ ਤੁਸੀਂ ਰੱਬ ਹੋ, ਤੇ ਹੋ ਸਕਦਾ ਹੈ ਕੋਈ ਸਾਹਮਣੇ ਪਖੰਡ ਕਰਨ ਵਾਲਾ ਖੜਾ ਹੋਵੇ, ਭੇਖ ਧਾਰ ਕੇ ਆਵੇ, ਆ ਕੇ ਮੈਂ ਹੀ ਨਾਨਕਾਂ ਜੀ ਕੱਢ ਮਾਇਆ ਦਸਬੰਧ ਦੀ ਦੇ ਸੇਵਾ ਮੈਂ ਚੱਲਿਆ। ਬੜੇ ਫਿਰਦੇ ਸੀ। ਆਪ ਜੀ ਨੇ ਕੱਲ ਵੀ ਸੁਣਿਆ, ਰਾਜੇ ਸ਼ਿਵਨਾਭ ਕੋਲ ਕਿੰਨੇ ਨਾਨਕ ਬਣ ਕੇ ਗਏ। ਗੁਰੂ ਨਾਨਕ ਤੇ ਇੱਕੋ ਹੀ ਸੀ, ਨਾਨਕ ਤੇ ਹਜ਼ਾਰਾਂ ਹੋਏ ਆ। ਅੱਜ ਵੀ ਬੜਿਆਂ ਦੇ ਨਾਂ ਰੱਖੇ ਆ ਜੀ। ਕਿਸੇ ਨੇ ਕਿਸੇ ਦਾ ਨਾਮ ਨਾਨਕ ਰੱਖਿਆ, ਕਿਸੇ ਨੇ ਕਿਸੇ ਨਾਲ ਰੱਖਿਆ, ਕੋਈ ਚਿੱਤਰਕਾਰ ਵੀ ਹੋਇਆ ਨਾਨਕ। ਪਰ ਗੁਰੂ ਨਾਨਕ, ਗੁਰੂ ਨਾਨਕ ਸਾਹਿਬ ਇੱਕੋ ਹੀ ਨੇ। ਇਸੇ ਕਰਕੇ ਦੁਬਿਧਾ ਵਿੱਚ ਪਏ ਹੋਏ ਭਾਈ ਲਾਲੋ ਬਾਰ-ਬਾਰ ਪੁੱਛਦੇ ਆ, ਕਿਤੇ ਤੁਸੀਂ ਤਪਾ ਜੀ ਤੇ ਨਹੀਂ ਨਾ? ਮੈਨੂੰ ਇਹੋ ਲੱਗਦਾ ਏ। ਤਦਪ ਪੀ ਤੁਮਰੇ ਬਿਨ ਪਾਖੇ ਨਹਿ ਆਵਤ ਪ੍ਰਤੀਤੋ। ਪਰ ਜਦੋਂ ਤੱਕ ਤੁਸੀਂ ਆਪਣੀ ਰਸਨਾ ਤੋਂ ਇਹ ਨਹੀਂ ਮੰਨਦੇ, ਮੈਨੂੰ ਕਿੱਦਾਂ ਭਰੋਸਾ ਆਊਗਾ ਵੀ ਤੁਸੀਂ ਤਪਾ ਨਾਨਕ ਜੀਓ? ਤੁਸੀਂ ਜਦੋਂ ਤੱਕ ਕਹਿੰਦੇ ਨਹੀਂ। ਆਪਾਂ ਕਿਸੇ ਨੂੰ ਮੰਨ ਲਈਏ ਫਲਾਣੇ ਵਰਗਾ, ਸ਼ਾਇਦ ਉਹੀ ਹੈ। ਬੜੀ ਵਾਰ ਭੁਲੇਖਾ ਪੈਂਦਾ, ਜਦੋਂ ਆਪਾਂ ਸਾਹਮਣੇ ਜਾਂਦੇ ਆ ਉਹ ਵਿਅਕਤੀ ਕਈ ਵਾਰ ਹੋਰ ਹੁੰਦਾ ਹੈ। ਕੋਈ ਚਾਲ ਢਾਲ ਤੋਰ ਵੇਖਣੀ ਤੱਕਣੀ ਉੱਠਣੀ ਬੈਠਣੀ ਕਿਸੇ ਦੀ ਕਿਸੇ ਵਰਗੀ ਹੋ ਸਕਦੀ ਹੈ, ਪਰ ਜਿਹਦੇ ਵਰਗੀ ਹੈ ਉਹ ਤੇ ਨਹੀਂ ਨਾ। ਜਦੋਂ ਭਾਈ ਲਾਲੋ ਨੇ ਆਖਿਆ ਵੀ ਜਦੋਂ ਤੱਕ ਤੁਸੀਂ ਆਪਣੀ ਰਸਨਾ ਤੋਂ ਨਹੀਂ ਦੱਸਦੇ, ਮੈਂ ਕਿਵੇਂ ਮੰਨ ਲਾਂ ਵੀ ਤੁਸੀਂ ਹੀ ਗੁਰੂ ਨਾਨਕ ਹੋ? ਤੇ ਗੁਰੂ ਸਾਹਿਬ ਨੇ ਉਦੋਂ ਵੀ ਕੋਈ ਜਵਾਬ ਨਹੀਂ ਦਿੱਤਾ। ਕਿੱਡੀ ਸ਼ਾਂਤੀ ਹੈ। ਪਰ ਇਹ ਮੰਨ ਗਿਆ ਭਾਈ ਲਾਲੋ ਵੀ ਤੁਹਾਨੂੰ ਵੇਖ ਵੇਖ ਮਨ ਰੱਜਦਾ ਨਹੀਂ, ਚਿੱਤ ਕਰਦਾ ਵਾਰ-ਵਾਰ ਤੱਕੀ ਜਾਵਾਂ। ਕਹਿ ਮਰਦਾਨਾ ਜਾਨਹੁ ਸੋ ਰੱਖੋ ਸ਼ਰਦਾ ਚੀਤੋ। ਫਿਰ ਭਾਈ ਮਰਦਾਨਾ ਜੀ ਨੂੰ ਬੋਲਣਾ ਪਿਆ। ਜਦੋਂ ਗੁਰੂ ਬਾਬਾ ਜੀ ਨਹੀਂ ਬੋਲੇ ਨਾ, ਭਾਈ ਮਰਦਾਨਾ ਜੀ ਕਹਿੰਦੇ ਐ ਲਾਲੋ, ਤੇਰੀ ਸ਼ਰਧਾ ਨੇ ਬਿਲਕੁਲ ਦਰੁਸਤ ਫਰਮਾਇਆ। ਇਹੋ ਗੁਰੂ ਨਾਨਕ ਨੇ ਆਖੋ ਸਤਨਾਮ। ਇਹ ਉਹੀ ਨੇ ਜਿਨ੍ਹਾਂ ਨੂੰ ਚੇਤੇ ਕਰਦਾ, ਜਿਨ੍ਹਾਂ ਨੂੰ ਯਾਦ ਕਰਦਾ। ਹੁਣ ਇਹ ਬੜੀ ਵੱਡੀ ਗੱਲ ਹੈ ਜੀ। ਆਪਾਂ ਬੜੀ ਵਾਰ ਭਾਈ ਲਾਲੋ ਜੀ ਦੇ ਪ੍ਰਸੰਗ ਸੁਣੇ ਹੋਣੇ, ਬੜੀ ਵਾਰ ਬੜਿਆਂ ਨੇ, ਪਰ ਅੱਜ ਜੋ ਸੁਣ ਰਹੇ ਹੋ ਇਹ ਵੱਖਰਾ ਹੋਏਗਾ। ਪਹਿਲਾਂ ਤੇ ਸੁਣਿਆ ਵੀ 17 ਦਿਨ ਸਫ਼ਰ ਕੀਤਾ, ਭਾਈ ਲਾਲੋ ਦੇ ਘਰ ਆਏ। ਲਾਲੋ ਗੁਰੂ ਸਾਹਿਬ ਨੂੰ ਪਛਾਣਦਾ ਨਹੀਂ, ਪਰ ਗੁਰੂ ਸਾਹਿਬ ਪਛਾਣਦੇ ਆ। ਇਹ ਪਤਾ ਕਿਸੇ ਨੂੰ? ਪਹਿਲਾਂ ਹਮੇਸ਼ਾ ਹੀ ਸੁਣਿਆ ਮਰਦ ਨੇ ਉਹਦੇ ਘਰ ਜਾ ਕੇ ਕੋਧਰੇ ਦੀ ਰੋਟੀ ਖਾਧੀ। ਇੱਦਾਂ ਹੀ ਸੁਣਦੇ ਰਹੇ ਆ ਬਚਪਨ ਤੋਂ ਲੈ ਕੇ ਹੁਣ ਤੱਕ। ਪਰ ਇਤਿਹਾਸ ਕੁਝ ਹੋਰ ਦੱਸਦਾ ਹੈ, ਸਾਖੀਆਂ ਕੁਝ ਹੋਰ ਕਹਿੰਦੀਆਂ ਨੇ। ਭਾਈ ਲਾਲੋ ਨੂੰ ਕਿੰਨਾ ਸਮਾਂ ਹੋ ਗਿਆ, ਉਹ ਬਾਰ-ਬਾਰ ਸਵਾਲ ਤੇ ਸਵਾਲ, ਸਵਾਲ ਤੇ ਸਵਾਲ। ਲੱਗਦੇ ਤੁਸੀਂ ਗੁਰੂ ਨਾਨਕ ਵਰਗੇ ਹੋ, ਪਰ ਮੈਂ ਕਿੱਦਾਂ ਮੰਨਾਂ ਤੁਸੀਂ ਗੁਰੂ ਨਾਨਕ ਹੋ? ਬੜੇ ਆਏ ਪਹਿਲਾਂ ਵੀ ਆਪਣੇ ਆਪ ਨੂੰ ਨਾਨਕ ਜੀ ਕਹਾਉਣ ਵਾਲੇ। ਵਿਸ਼ਵਾਸ ਹੀ ਟੁੱਟ ਜਾਂਦਾ ਲੋਕਾਂ ਦਾ ਜਦੋਂ ਇੱਕ ਵਿਅਕਤੀ ਦਾ ਨਾਂ ਲੈ ਕੇ ਕੋਈ ਬਾਰ-ਬਾਰ ਆਵੇ ਵੀ ਮੈਂ ਉਹੀ ਹਾਂ। ਜਦੋਂ ਭਾਈ ਮਰਦਾਨਾ ਬੋਲੇ ਨਾ, ਕਹਿੰਦੇ ਤੇਰੀ ਸ਼ਰਧਾ ਸੱਚੀ ਹੈ, ਤੇਰੀ ਭਾਵਨਾ ਜੇ ਕਹਿੰਦੀ ਆ ਨਾ ਵੀ ਇਹ ਗੁਰੂ ਨਾਨਕ ਨੇ, ਤੇ ਫਿਰ ਇਹ ਉਹੀ ਨੇ। ਆਖੋ ਸਤਨਾਮ। ਦੇਖੋ ਭਾਈ ਮਰਦਾਨੇ ਦਾ ਕਿੱਡਾ ਵੱਡਾ ਰਹੱਸ ਹੈ, ਕਿੱਡੀ ਵੱਡੀ ਗੱਲ ਕਹਿਤੀ। ਕਹਿੰਦੇ ਜੇ ਤੇਰੀ ਸ਼ਰਧਾ ਕਹਿੰਦੀ ਨਾ ਵੀ ਇਹ ਗੁਰੂ ਨਾਨਕ ਨੇ, ਫਿਰ ਇਹ ਗੁਰੂ ਨਾਨਕ ਨੇ। ਜੇ ਤੇਰੀ ਸ਼ਰਧਾ ਨਹੀਂ ਮੰਨਦੀ, ਫਿਰ ਇਹ ਕੋਈ ਹੋਰ ਫਕੀਰ ਨੇ। ਕਿੱਡੀ ਵੱਡੀ ਘਟਨਾ ਹੈ, ਕਿੱਡੀ ਵੱਡੀ ਘੜੀ ਹੈ, ਕਿੱਡੀ ਪਰਖ ਲਾ ਦਿੱਤੀ। ਭਾਈ ਲਾਲੋ ਨੇ ਨੇਤਰ ਬੰਦ ਕੀਤੇ, ਨੇਤਰਾਂ 'ਚ ਵੇਖਿਆ ਇਹੀ ਰੂਪ ਦਿਸ ਰਿਹਾ ਜੋ ਬਾਹਰ ਖੜੇ ਆ ਨਾ ਦਹਲੀਜ਼ ਵਿੱਚ, ਵਿਹੜੇ ਵਿੱਚ, ਉਹੀ ਦਿਸਦੇ ਆ। ਉੱਚਾ ਲੰਬਾ ਸਰੀਰ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸਭ ਤੋਂ ਪਹਿਲਾਂ ਜੇ ਕਿਸੇ ਦੂਰ ਦਰਾਜ ਇਲਾਕੇ ਵਿੱਚ ਗਏ ਆ ਤੇ ਏਮਨਾਬਾਦ ਗਏ ਆ। ਭਾਈ ਲਾਲੋ ਸਤਿਗੁਰਾਂ ਨੂੰ ਵੇਖੇ ਤੇ ਭਾਈ ਮਰਦਾਨੇ ਨੂੰ ਵੇਖੇ, ਉਹਨੂੰ ਲੱਗਦਾ ਹੈ ਵੀ ਇਹ ਜਿਹੜਾ ਨਾਲ ਤੁਰਿਆ ਫਿਰਦਾ ਹੈ, ਇਹਦੇ ਬਾਰੇ ਵੀ ਤੇ ਪਤਾ ਕਰਾਂ ਕੌਣ ਹੈ। ਕਿਤੇ ਤਾਂ ਨਹੀਂ ਵੀ ਦੋ ਬ੍ਰਾਹਮਣ ਇਕੱਠੇ ਹੋ ਕੇ ਇੱਕ ਨਾਨਕ ਬਣ ਕੇ ਆ ਗਿਆ, ਇੱਕ ਸਾਥੀ ਬਣ ਕੇ ਆ ਗਿਆ ਵੀ ਚਲੋ ਜਿੱਥੋਂ ਜਿੱਥੋਂ ਮਾਇਆ ਮਿਲਦੀ, ਪਦਾਰਥ ਮਿਲਦੇ, ਉਪਜੀਵਕਾ ਮਿਲਦੀ, ਨਾਮ ਕਹਾਓ, ਮੱਥੇ ਟਿਕਾਓ, ਤੁਰੋ ਫਿਰੋ। ਇਹ ਚੱਲਦਾ ਸੀ। ਰਾਜਾ ਸ਼ਿਵਨਾਭ ਇਹਨਾਂ ਚੀਜ਼ਾਂ ਤੋਂ ਦੁਖੀ ਹੋ ਗਿਆ ਸੀ। ਸੰਗਲਾਦੀਪ ਦਾ ਰਾਜਾ ਸ਼੍ਰੀਲੰਕਾ, ਜਿਹੜਾ ਵੇਖਿਆ ਕਰੇ ਹਫ਼ਤੇ ਕੇ ਬਾਅਦ ਆ ਜਾ ਕਰੇ, ਕਹਿੰਦਾ ਮੈਂ ਨਾਨਕ, ਕਹਿੰਦਾ ਚੱਲ ਬਾਗ 'ਚ ਫਿਰ। ਉਹਨੇ ਕਿਹਾ ਵੀ ਕਿਤੇ ਐਸਾ ਨਾ ਹੋਵੇ ਵੀ ਅਸਲ ਵਿੱਚ ਸਤਿਗੁਰ ਜਿਹੜੇ ਹੋਣਗੇ ਪਰਖ ਲੈਣਗੇ, ਅੰਤਰਜਾਮੀ ਹੋਣਗੇ, ਮੈਂ ਕਿਹਨੂੰ ਕਿਹਨੂੰ ਰੱਬ ਮੰਨ ਕੇ ਸਭ ਕੁਝ ਲੁਟਾਈ ਜਾਵਾਂ।
ਉਹਨੇ ਕੁਝ ਵੇਸਵਾਵਾਂ ਬਿਠਾਤੀਆਂ, ਕੁਝ ਔਰਤਾਂ ਬਿਠਾਤੀਆਂ ਛੋਟੀ ਉਮਰ ਦੀਆਂ। ਜਿਹੜਾ ਆਇਆ ਕਰੇ ਨਾਨਕ ਬਣ ਕੇ ਉਹਨਾਂ ਨੂੰ ਵੇਖ ਕੇ ਮੋਹਿਤ ਹੋ ਜਾਇਆ ਕਰੇ, ਬਾਹਰੋਂ ਹੀ ਪਦਾਰਥ ਲਏ, ਵਿਸ਼ੇ ਭੋਗੇ, ਚੱਲ ਕਰ ਨੂੰ। ਪਰ ਅਜੇ ਤੱਕ ਉੱਥੇ ਸੱਚੇ ਨਾਨਕ ਨਹੀਂ ਸੀ ਪਹੁੰਚੇ। ਜਿਸ ਦਿਨ ਪਹੁੰਚੇ ਸਾਰੇ ਬਾਗ ਹਰੇ ਭਰੇ ਹੋ ਗਏ, ਸੁੱਕੇ ਹੋਏ ਬਾਗ ਹਰੇ ਹੋ ਗਏ ਸੀ। ਤੇ ਫਿਰ ਉਹਨਾਂ ਔਰਤਾਂ ਨੂੰ ਮਰਦ ਨੇ ਬਚਨ ਕਿਹਾ, ਗਾਛੋ ਪੁੱਤਰੀ ਰਾਜ ਕੁਆਰ, ਨਾਮ ਭਣੋ ਸੱਚ ਦੂਤ ਸਵਾਰ। ਮਰਦ ਕਹਿੰਦੇ, ਧੀਓ ਕਿਹੜੇ ਵਿਕਾਰਾਂ 'ਚ ਪਏ ਹੋਏ ਹੋ, ਕਿਹੜੇ ਕੰਮਾਂ 'ਚ ਪੈ ਗਏ ਹੋ? ਇਹ ਨਾਮ ਜਪਣ ਦੀ ਉਮਰ ਹੈ, ਜ਼ਬਾਨੀ ਗਵਾਓ ਨਾ। ਜਦੋਂ ਫਿਰ ਪਤਾ ਲੱਗਿਆ ਨਾ, ਸ਼ਿਵ ਨਾਮ ਨੂੰ ਧਾਹਾਂ ਮਾਰ ਕੇ ਆਇਆ। ਉਹ ਕਹਿੰਦਾ, ਰੱਬ ਤੇ ਸੱਚੀ ਅੱਜ ਆਇਆ, ਆਖੋ ਸਤਨਾਮ। ਪਹਿਲਾਂ ਠੱਗ ਤੁਰੇ ਫਿਰਦੇ ਸੀ ਨਾਮ ਰੱਖ ਕੇ। ਭਾਈ ਲਾਲੋ ਕਹਿੰਦੇ, ਤੁਸੀਂ ਕੌਣ ਹੋ, ਕਿੱਥੋਂ ਆਏ ਹੋ, ਤੁਹਾਡਾ ਨਾਮ ਕੀ ਹੈ? ਸ਼ੰਕਰ ਛੰਦ ਸੁਣ ਕਰ ਕਹਿਤ ਭਇਓ ਬਚ ਲਾਲੋ, ਕੌਣ ਵਰਨ ਤਵ ਨਾਮ, ਸਰਬ ਬਿਰਤਾਂਤ ਜਨਾਵੋ ਆਪਣਾ, ਕਿਹ ਅਸਥਾਨ ਧਾਮ। ਭਾਈ ਲਾਲੋ ਵੀ ਕੋਈ ਇਹ ਨਹੀਂ ਸੀ ਵੀ ਸਾਡੇ ਵਾਂਗੂ ਅੰਨੀ ਸ਼ਰਧਾ ਰੱਖੀ ਫਿਰਦਾ। ਸ਼ਰਧਾ ਰੱਖੋ, ਅੰਧ ਭਗਤ ਨਾ ਬਣੋ। ਅੰਧ ਭਗਤ ਬਣਨਾ ਬੜਾ ਔਖਾ। ਜੇ ਹਿੰਦੁਸਤਾਨ ਦਾ ਜੇ ਬੇੜਾ ਡੁੱਬਦਾ ਜਾਂਦਾ ਤੇ ਅੰਧ ਭਗਤੀ ਕਰਕੇ। ਜਿਹੜੇ ਕਹਿੰਦੇ ਸੀ ਨਾ, ਮੋਦੀ ਹੈ ਤੋ ਨਾਮੁਮਕਿਨ ਹੈ, ਅੱਜ ਜਦੋਂ ਵੇਖਦੇ ਆ ਨਾ ਪੈਟਰੋਲ ਤੋਂ ਮਹਿੰਗਾ ਸਰੋਂ ਦਾ ਤੇਲ, ਹੁਣ ਚੀਕਾਂ ਮਾਰਦੇ ਆ, ਹੁਣ ਕਲਪਦੇ ਫਿਰਦੇ ਆ, ਤੜਫਦੇ ਫਿਰਦੇ ਆ। ਫਿਰ ਡਾਲਰਾਂ ਵਾਲਾ ਕੰਮ ਹੋਇਆ ਪਿਆ ਸਾਡੇ ਤੇ। ਇਹ ਅੰਧ ਭਗਤੀ। ਕਹਿੰਦੇ ਜੇ ਇਹ ਨਾਨਕ ਨੇ, ਇਹਨਾਂ ਦੀ ਵੰਸ਼ ਕਿਹੜੀ ਹੈ, ਜਾਤ ਕਿਹੜੀ ਹੈ? ਭਾਈ ਲਾਲੋ ਨੇ ਪੁੱਛਿਆ ਇਹ। ਦੇਸ਼ ਕਿਹੜਾ ਹੈ? ਕਿਉਂਕਿ ਭਾਈ ਲਾਲੋ ਇੰਨਾ ਜਾਣਦਾ ਹੈ ਵੀ ਗੁਰੂ ਨਾਨਕ ਸਾਹਿਬ ਦੀ ਜਿਹੜੀ ਵੰਸ਼ ਹੈ ਉਹ ਬੇਦੀ ਹੈ। ਬੜੇ ਆਏ ਸੀ ਤੇਰੇ ਮੇਰੇ ਵਰਗੇ ਤੋਂ ਸੁਣਿਆ, ਉਹ ਨਾਨਕ ਜੀ ਆਉਣਗੇ ਧਰਤੀ ਤੇ ਰੱਬ। ਉਹ ਕਹਿੰਦਾ ਮੈਂ ਵੀ ਨਾਨਕ ਆਂਗੇ। ਤੇਰੀ ਜਾਤ ਕੀ? ਕਹਿੰਦਾ ਮੈਂ ਤਖਾਣ ਆ। ਕਹਿੰਦਾ ਚੱਲ ਬਾਹਰ। ਫਿਰ ਬੜੇ ਆਉਂਦੇ ਸੀ। ਇਸੇ ਕਰਕੇ ਪੁੱਛਦੇ ਆ ਵੀ ਜਾਤ ਕੀ ਹੈ, ਬਰਾਦਰੀ ਵਰਨ ਕਿਹੜਾ ਤੁਹਾਡਾ, ਔਰ ਕਿਹੜੇ ਦੇਸ਼ ਤੋਂ ਆਏ ਹੋ? ਇਸ ਸ਼ਹਿਰ ਦੇ, ਇਸ ਪਿੰਡ ਦੇ, ਇਸ ਗ੍ਰਾਂ ਦੇ ਤੁਸੀਂ ਵਸਿੰਦੇ ਲੱਗਦੇ ਨਹੀਂ। ਮਰਦਾਨਾ ਲਖ ਨਾਮ ਹਮਾਰਾ, ਵਿਚਰਤ ਇਨਕੇ ਸਾਥ, ਬੇਦੀ ਕੁਲ ਕੇ ਚੀਨ ਮਰਾਸੇ, ਨਾਨਕ ਜੀ ਮਮਨਾਥ। ਫਿਰ ਸਤਿਗੁਰਾਂ ਦਾ ਬਾਇਓ ਡਾਟਾ ਭਾਈ ਮਰਦਾਨਾ ਜੀ ਨੇ ਦੱਸਿਆ। ਕਹਿੰਦੇ ਮੇਰਾ ਨਾਮ ਹੈ ਮਰਦਾਨਾ, ਮੈਂ ਆ ਮਰਾਸੀ ਕੁੱਲ ਵਿੱਚੋਂ, ਤੇ ਮੈਂ ਡੂਮ ਹਾਂ ਬੇਦੀ ਵੰਸ਼ ਦਾ। ਮੇਰੇ ਮਾਲਕ ਆ ਖੜੇ ਗੁਰੂ ਨਾਨਕ ਸਾਹਿਬ, ਆਖੋ ਸਤਨਾਮ। ਬੇਦੀਆਂ ਦੀ ਵੰਸ਼ ਦੇ ਮਾਲਕ ਗੁਰੂ ਨਾਨਕ ਸਾਹਿਬ ਨੇ। ਜਦੋਂ ਭਾਈ ਲਾਲੋ ਨੇ ਸੁਣਿਆ ਨਾ, ਅੱਖਾਂ ਚੋਂ ਤਿਪ ਤਿਪ ਹੰਝੂਏ ਤੇ ਉਹੀ ਨੇ। ਬੜੇ ਫਕੀਰ ਆਉਂਦੇ ਸੀ। ਭਾਈ ਲਾਲੋ ਦਾ ਸੁਭਾਅ ਸੀ, ਰਾਹ ਵਿੱਚੋਂ ਕੋਈ ਜਾਂਦਾ ਹੋਵੇ ਰਾਹੀ, ਰੋਟੀ ਖਾਓ, ਭੋਜਨ ਛਕੋ। ਕੋਈ ਵੀ ਆ ਜੇ, ਰੁੱਖੀ ਸੁੱਕੀ ਜਿਹੋ ਜਿਹੀ ਹੁੰਦੀ ਸੀ ਖਵਾ ਦਿੰਦਾ ਸੀ, ਭਾਵੇਂ ਆਪ ਭੁੱਖਾ ਰਹੇ। ਇਸੇ ਕਰਕੇ ਉਹਨੂੰ ਲੱਗਿਆ ਵੀ ਕੋਈ ਦਰਵੇਸ਼ ਆਏ ਨੇ, ਸਾਧੂ ਆਏ, ਮੈਂ ਭੋਜਨ ਛਕਾ ਦਿਆਂ। ਉਹ ਕਹਿੰਦੀ ਮੇਰਾ ਨਾਮ ਮਰਦਾਨਾ ਏ, ਮੈਂ ਮਰਾਸੀ ਹਾਂ ਬੇਦੀਆਂ ਦੀ ਕੁੱਲ ਦਾ। ਇਹ ਮੇਰੇ ਮਾਲਕ, ਮੇਰੇ ਨਾਥ ਗੁਰੂ ਨਾਨਕ ਸਾਹਿਬ ਪਰਮੇਸ਼ਵਰ ਨਿਰੰਕਾਰ ਜੀ ਆਪ ਹਨ। ਗਵਈਆ ਛੰਦ ਬੰਦ ਉਭੈ ਕਰ ਬੰਦਨ ਕੀਨੀ, ਸੁਣ ਕਰ ਲਾਲੋ ਤਬ ਹੀ, ਸੀਸ ਧਰਿਓ ਪਦ ਪੰਕਜ ਉਪਰ, ਪ੍ਰਾਪਤ ਨਿਸ਼ਚੈ ਜਬ ਹੀ। ਜਿਸ ਵੇਲੇ ਭਾਈ ਲਾਲੋ ਦੇ ਮਨ ਵਿੱਚ ਨਿਸ਼ਚਾ ਹੋ ਗਿਆ ਵੀ ਸੱਚਮੁੱਚ ਮੇਰਾ ਸੱਜਣ ਇਹੀ ਹੈ, ਇੱਕਦਮ ਉੱਠਿਆ, ਭੱਜ ਕੇ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਤੇ ਰੱਖ ਕੇ ਸਿਰ ਡੰਡੇ ਵਾਂਗ ਲੰਮਾ ਪੈ ਗਿਆ। ਆਖੋ ਸਤਨਾਮ। ਇੰਨਾ ਰੋਏ ਭਾਈ ਲਾਲੋ ਚਰਨ ਫੜ ਕੇ ਗੁਰੂ ਨਾਨਕ ਸਾਹਿਬ ਦੇ। ਇਹ ਰੋਣਾ ਸੀ ਪ੍ਰੇਮ ਦਾ। ਬਹੁਤ ਜਨਮ ਵਿਛਰੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲਗ ਜੀਵਾ, ਚਿਰ ਭਇਓ ਦਰਸ਼ਨ ਦੇਖੇ। ਮਨ ਭਰਿਆ, ਨੇਤਰ ਭਰੇ ਹੋਏ ਆ, ਚਰਨ ਗੁਰੂ ਬਾਬੇ ਦੇ ਨਹੀਂ ਛੱਡੇ। ਇੰਨਾ ਵਿਸ਼ਵਾਸ। ਮਾਫੀਆਂ ਮੰਗਦੇ ਆ, ਰੱਬਾ ਮੇਰੇ ਆ, ਤੂੰ ਇਸ ਗਰੀਬ ਦੀ ਕੁੱਲੀ ਵਿੱਚ ਆਇਆ, ਮੈਂ ਤੈਨੂੰ ਇੰਨੇ ਸਵਾਲ ਕਰਤੇ,
ਇਹ ਸੀ ਜਾਗਣ ਦੀ ਨਿਸ਼ਾਨੀ। ਸਿੱਖ ਹੋਣਾ ਵੱਡਿਆਂ ਭਾਗਾਂ ਦੀ ਨਿਸ਼ਾਨੀ ਹੈ, ਪਰ ਸਿੱਖ ਸੁੱਤਾ ਨਾ ਹੋਵੇ, ਜਾਗਦਾ ਹੋਵੇ। ਆਉਣ ਵਾਲੇ ਸਮੇਂ 'ਚ ਸਾਡੇ ਪੰਜਾਬ 'ਚ ਬੋਰਡ ਲੱਗਿਆ ਕਰਨਗੇ, ਸਾਵਧਾਨ ਹੋ ਕੇ ਚੱਲੋ, ਅੱਗੇ ਪੰਜਾਬੀ ਤੇ ਸਿੱਖ ਕੌਮ ਸੁੱਤੀ ਪਈ ਹੈ। ਜਿਹੜੀ ਸਾਡੀ ਹਾਲਤ ਆ ਨਾ, ਆਉਣ ਵਾਲੇ 5-4 ਸਾਲਾਂ ਵਿੱਚ ਇਹ ਬੋਰਡ ਲੱਗਣੇ ਸ਼ੁਰੂ ਹੋ ਜਾਣੇ ਆ ਵੀ ਇਹ ਕੌਮ ਵੀ ਸੁੱਤੀ ਆ ਤੇ ਪੰਜਾਬੀ ਵੀ ਸੁੱਤੇ ਆ। ਜਿਹੜਾ ਆ ਗਿਆ ਲੁੱਟ ਕੇ ਲੈ ਜਾਂਦਾ 5 ਸਾਲਾਂ ਬਾਅਦ, ਪੁੱਛਦਾ ਕੋਈ ਇੱਥੇ? ਕੋਈ ਨਹੀਂ ਪੁੱਛਦਾ। ਜੰਗਲ ਰਾਜ ਹੈ। ਭਾਈ ਲਾਲੋ ਮਾਫੀਆਂ ਮੰਗਦਾ ਹੈ, ਗੁਸਤਾਖੀਆਂ ਬਾਰ-ਬਾਰ ਕਹਿੰਦਾ, ਰੱਬਾ ਮੇਰਿਆ ਬਖਸ਼ੀ ਮੈਨੂੰ, ਐਡਾ ਗੁਨਾਹ ਹੋਇਆ, ਤੂੰ ਦੁਨੀਆ ਦਾ ਸਾਜਣ ਵਾਲਾ, ਅੱਜ ਗਰੀਬ ਦੀ ਕੁੱਲੀ ਵਿੱਚ ਆ ਗਿਆ ਤੇ ਗਰੀਬ ਤੈਨੂੰ ਪਛਾਣ ਹੀ ਨਾ ਸਕਿਆ। ਉਹ ਵੇਖੋ ਉਦੋਂ ਪ੍ਰੇਮ ਕਿੰਨਾ ਹੋਣਾ, ਕਿੰਨਾ ਪਿਆਰ ਹੋਣਾ। ਗੁਰੂ ਨਾਨਕ ਸਾਹਿਬ ਮਹਾਰਾਜ ਝੁਕ ਗਏ, ਖੜੇ ਸੀ ਸਤਿਗੁਰ, ਬੋਲੇ ਨਹੀਂ ਸੀ, ਝੁਕ ਕੇ ਬੈਠੇ ਆ। ਭਾਈ ਲਾਲੋ ਨੂੰ ਮੋਢਿਆਂ ਤੋਂ ਫੜ ਕੇ ਉਠਾਉਂਦੇ, ਉਹ ਉੱਠਦਾ ਨਹੀਂ। ਸਤਿਗੁਰਾਂ ਦੇ ਚਰਨ ਨਹੀਂ ਛੱਡਦਾ। ਮਹਾਰਾਜ ਬੜੇ ਪਿਆਰ 'ਚ ਕਹਿੰਦੇ, ਪਿਆਰਿਆ ਉੱਠ, ਤੇਰੀ ਥਾਂ ਇੱਥੇ ਨਹੀਂ ਹੈ। ਘੁੱਟ ਕੇ ਗਲ ਨਾਲ ਲੱਗ ਕੇ ਕਹਿੰਦੇ, ਤੇਰੀ ਜਗ੍ਹਾ ਸੀਨੇ 'ਚ ਆਖੋ ਸਤਨਾਮ। ਪ੍ਰੇਮ ਕਰਨ ਵਾਲੇ ਹਮੇਸ਼ਾ ਦਿਲਾਂ ਤੇ ਰਾਜ ਕਰਦੇ ਆ। ਭਾਈ ਮਰਦਾਨਾ ਜਿਸ ਵੇਲੇ ਇਸ ਹਾਲਾਤ ਨੂੰ ਵੇਖਦਾ, ਵੇਖ ਕੇ ਭਾਵੁਕ ਹੋ ਗਿਆ। ਸਾਦਰ ਸੋ ਤਬ ਮੰਚੜ ਸਾਵਾ, ਬੈਸ ਗਏ ਤੇ ਕਾਲਾ, ਸੁਖ ਸਾਗਰ ਪੂਰਨ ਜਗਦੀਸ਼ਾ, ਦਾਸੈ ਕਰਨ ਨਿਹਾਲਾ। ਭਾਈ ਲਾਲੋ ਕਹਿੰਦੇ, ਪਾਤਸ਼ਾਹ 1 ਮਿੰਟ ਰੁਕੋ, ਖੜੋ ਜਰਾ। ਚਾਅ ਇੰਨਾ ਚੜਿਆ, ਖੁਸ਼ੀ ਇੰਨੀ ਚੜੀ, ਭੱਜ ਕੇ ਅੰਦਰ ਗਿਆ, ਮੰਜੀ ਘੜੀਸ ਕੇ ਲੈ ਕੇ ਆਇਆ। ਲਿਆ ਕੇ ਮੰਜੀ ਸਤਿਗੁਰਾਂ ਦੇ ਸਾਹਮਣੇ ਰੱਖੀ, ਦਰੀ ਵਿਛਾਤੀ ਉੱਤੇ, ਜਿਵੇਂ ਦੇ ਕੱਪੜੇ ਸੀ ਘਰ 'ਚ। ਕਹਿੰਦਾ, ਰੱਬਾ ਮੇਰਿਆ ਬਹਿ ਜਾ ਇਹਦੇ ਤੇ, ਸੱਜ ਜਾ। ਵਿਹੜੇ 'ਚ ਮੰਜੀ ਲਾਈ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ, ਲਾਲੋ ਤੂੰ ਬੈਠ। ਕਹਿੰਦਾ, ਨਹੀਂ ਪਿਆਰਿਆ ਤੂੰ ਬੈਠ। ਸਤਿਗੁਰਾਂ ਨੂੰ ਬਿਠਾਤਾ। ਭਾਈ ਮਰਦਾਨਾ ਜੀ ਪੈਂਦਾ ਵਾਲੇ ਪਾਸੇ ਖੜ ਕੇ ਮਹਾਰਾਜ ਕਹਿੰਦੇ, ਮਰਦਾਨਿਆ ਬਹਿ ਜਾ ਭਾਈ। ਸਿੱਖ ਤੇ ਗੁਰੂ 'ਚ ਕੋਈ ਫਰਕ ਨਹੀਂ ਹੈ, ਗੁਰੂ ਦਾ ਰੁਤਬਾ ਏ। ਜਿੱਥੇ ਜਿੱਥੇ ਸਤਿਗੁਰ ਬੈਠੇ, ਭਾਈ ਮਰਦਾਨੇ ਨੂੰ ਨਾਲ ਬਿਠਾਇਆ। ਕਦੇ ਨਹੀਂ ਕਿਹਾ ਤੂੰ ਮਰਾਸੀ ਆ, ਤੂੰ ਡੂਮ ਹੈ, ਨੀਵੀਂ ਜਾਤ ਹੈ, ਦੂਰ ਬੈਠ, ਤੂੰ ਮੁਸਲਮਾਨ ਹੈ। ਨਹੀਂ ਨਹੀਂ। ਭਾਈ ਲਾਲੋ ਸਤਿਗੁਰਾਂ ਦੇ ਸਾਹਮਣੇ ਬਹਿ ਗਿਆ ਹੱਥ ਜੋੜ ਕੇ। ਕਹਿੰਦਾ, ਵਾਹਿਗੁਰੂ ਜੀ ਸੇਵਾ ਦੱਸੋ। ਪਰਮਾਤਮਾ ਜੀ, ਚਾਹੀ ਇੰਨਾ ਸੀ, ਸਮਝ ਹੀ ਨਹੀਂ ਸੀ ਕੁਝ ਆਉਂਦਾ ਵੀ ਰੱਬ ਜੀ ਘਰੇ ਆਏ, ਮੈਂ ਕੀ ਛਕਾਵਾਂ, ਕੀ ਪਿਲਾਵਾਂ। ਕਈ ਵਾਰ ਹੁੰਦਾ ਏ, ਜਿਸ ਪਿਆਰੇ, ਜਿਸ ਸੱਜਣ ਨਾਲ ਪ੍ਰੇਮ ਹੋਵੇ, ਕਿਤੇ ਉਹ ਘਰੇ ਆ ਜੇ ਨਾ ਬਿਨਾਂ ਦੱਸੇ, ਧਰਤੀ ਤੇ ਪੈਰ ਨਹੀਂ ਲੱਗਦੇ, ਆਖੋ ਸਤਨਾਮ। ਇਹ ਸੀ ਪਿਆਰ ਦੀ ਬੇਵਲ ਅਵਸਥਾ। ਭਾਈ ਲਾਲੋ ਉਸ ਅਵਸਥਾ ਦੇ ਵਿੱਚ ਕਦੇ ਅੰਦਰ ਚਲੇ ਜਾਂਦੇ, ਕਦੇ ਬਾਹਰ ਆ ਜਾਂਦੇ ਆ। ਗੁਰੂ ਸਾਹਿਬ ਜੀ ਨੂੰ ਜਲ ਛਕਾਇਆ। ਦੂਰੋਂ ਪਾਰੋਂ ਸਤਿਗੁਰ ਥੱਕ ਟੁੱਟ ਕੇ ਆਏ ਹੋਏ ਆ। 17 ਦਿਨ ਦਾ ਸਫ਼ਰ ਤੈਅ ਕੀਤਾ ਤੇ ਮਰਦ ਦੇ ਨਾ ਚਰਨਾਂ 'ਚ ਭਾਈ ਲਾਲੋ ਸਾਹਮਣੇ ਬਹਿ ਗਿਆ ਜੀ, ਮਿੱਟੀ ਤੇ। ਬਸ ਹੁਣ ਬੋਲਿਆ ਨਹੀਂ ਜਾਂਦਾ। ਨੇਤਰ ਭਰ ਭਰ ਕੇ ਉਹ ਸਤਿਗੁਰਾਂ ਨੂੰ ਤੱਕਦਾ ਏ। ਆਇਸ ਭਾਏ ਅਸਨ ਕਰਿਬੇ, ਹਿਤ ਗਵਨਿਓ ਲਾਲੋ ਤਬ ਹੀ। ਫਿਰ ਭਾਈ ਲਾਲੋ ਹੱਥ ਜੋੜ ਕੇ ਕਹਿੰਦੇ, ਪਾਤਸ਼ਾਹ ਜੇ ਤੁਹਾਡੀ ਆਗਿਆ ਹੋਵੇ, ਭੋਜਨ ਬਣਾ ਕੇ ਲੈ ਆਵਾਂ, ਆਗਿਆ ਦਿਓ। ਗੁਰੂ ਸਾਹਿਬ ਜੀ ਨੇ ਸੀਸ ਹਿਲਾਤਾ, ਠੀਕ ਹੈ। ਹੁਣ ਭਾਈ ਲਾਲੋ ਘਰ 'ਚ ਇਕੱਲੇ ਆ, ਅੰਤਾਂ ਦੀ ਗਰੀਬੀ ਹੈ, ਰੋਟੀ ਪਕਾਉਣ ਵਾਸਤੇ ਢੋਲ ਵਿੱਚ ਆਟਾ ਨਹੀਂ ਹੈ। ਇਹ ਸੱਚ ਹੈ। ਬਸ ਗੁਜ਼ਰ ਬਸਰ ਕਰਦੇ ਸੀ, ਲੱਕੜੀ ਦਾ ਛੋਟਾ ਮੋਟਾ ਕੰਮ ਸੀ, ਮੰਜੇ ਮੁੰਜੇ ਬਣਾ ਦੇਣੇ, ਪੀੜੀਆਂ ਸੈੱਟ ਕਰ ਲੈਣੀਆਂ, ਹੋਰ ਛੋਟਾ ਮੋਟਾ ਹੱਥੇ ਉੱਥੇ ਬਣਾ ਦੇਣੇ। ਜਿਹੜੀ ਮਾਇਆ ਆਉਣੀ ਕਮਾਈ ਦੀ, ਉਹ ਲੋਕਾਂ ਤੇ ਲਾ ਦੇਣੀ। ਕਿਸੇ ਰਾਹੀ ਨੂੰ, ਪਾਂਧੀ ਨੂੰ, ਫਕੀਰ ਨੂੰ ਭੋਜਨ ਛਕਾ ਦੇਣਾ। ਕਹਿੰਦਾ, ਹਜ਼ੂਰ ਹੁਕਮ ਕਰੋ, ਮੈਂ ਭੋਜਨ ਲੈ ਆਵਾਂ। ਤੇ ਸੱਚੀ ਗੁਰੂ ਸਾਹਿਬ ਵੀ ਕਈ ਦਿਨਾਂ ਦੇ ਭੁੱਖੇ ਪਿਆਸੇ ਸਨ। ਤੇ ਭਾਈ ਮਰਦਾਨੇ ਨੂੰ ਚਾਅ ਚੜ ਗਿਆ ਵੀ ਸ਼ੁਕਰ ਹੈ ਅੱਜ ਰੋਟੀ ਮਿਲ ਜੂਗੀ, ਬਹੁਤ ਦਿਨ ਹੋ ਗਏ ਆ। ਦੇਖੋ ਭੁੱਖ ਪਿਆਸ ਸਰੀਰ ਦਾ ਧਰਮ ਹੈ। ਗੁਰੂ ਬਾਬਾ ਜੀ ਕਹਿੰਦੇ, ਠੀਕ ਹੈ ਭਾਈ ਲਾਲੋ ਤੂੰ ਭੋਜਨ ਲੈ ਆ। ਭਾਈ ਪ੍ਰੇਮ ਬੜਾ ਸੀ ਜੀ। ਉੱਠਿਆ, ਉਸੇ ਵੇਲੇ ਫਟਾਫਟ ਤੁਰਿਆ, ਭੋਜਨ ਦੀ ਤਿਆਰੀ ਕਰਦਾ ਏ। ਭਾ ਮਰਦਾਨਾ ਬੋਰੇ, ਹਮ ਸੋ ਕਹਿਬੇ ਸਭ ਹੀ। ਹੁਣ ਜਿਸ ਵੇਲੇ ਭਾਈ ਲਾਲੋ ਸਤਿਗੁਰਾਂ ਕੋਲ ਉੱਠ ਕੇ ਆਗਿਆ ਲੈ ਕੇ ਗਏ, ਆਟਾ ਗੁੰਨ ਰਹੇ ਆ, ਭੋਜਨ ਤਿਆਰ ਕਰ ਰਹੇ ਆ, ਇਕੱਲੇ ਹੀ ਬਣਾ ਰਹੇ ਆ। ਭਗਤੀ ਵਾਲੀ ਰੂਹ ਹੈ।
ਜਦੋਂ ਕਾਫੀ ਦੇਰ ਹੋ ਗਈ ਨਾ ਜੀ, ਭੋਜਨ ਤਿਆਰ ਕਰਨ ਗਏ, ਗੁਰੂ ਸਾਹਿਬ ਦੇ ਨਾਲ ਭਾਈ ਮਰਦਾਨਾ ਬੈਠੇ। ਭਾਈ ਮਰਦਾਨਾ ਕਹਿੰਦਾ ਮਹਾਰਾਜ ਮੈਨੂੰ ਇਸ ਰੂਹ ਦੀ ਸਮਝ ਨਹੀਂ ਆਈ, ਹੈ ਤੇ ਕੋਈ ਰੱਬੀ ਰੂਹ ਹੈ, ਰੂਹਾਨੀਅਤ ਹੈ, ਘਰ 'ਚ ਗਰੀਬੀ ਜ਼ਰੂਰ ਹੈ, ਦਿਲ ਬੜਾ ਵੱਡਾ ਅਮੀਰ। ਆਖੋ ਸਤਨਾਮ। ਕੋਈ ਅਮੀਰ ਕੋਈ ਜਿਸਮਾਂ ਕਰਕੇ ਨਹੀਂ ਹੁੰਦਾ, ਅਮੀਰੀ ਰੂਹਾਂ ਦੀ ਹੁੰਦੀ ਹੈ। ਤੁਸੀਂ ਲੱਖ ਗਰੀਬ ਹੋਵੋ, ਤੁਹਾਡੇ ਘਰੋਂ ਕੋਈ ਭੁੱਖਾ ਨਾ ਜਾਵੇ ਤੇ ਤੁਹਾਡੇ ਵਰਗਾ ਅਮੀਰ ਬਾਦਸ਼ਾਹ ਕੋਈ ਨਹੀਂ। ਤੇ ਤੁਸੀਂ ਭਾਵੇਂ 7 ਕੋਠੀਆਂ ਦੇ ਮਾਲਕ ਹੋਵੋ, ਤੁਹਾਡੇ ਘਰ ਕਿਸੇ ਗਰੀਬ ਨੂੰ ਪਾਣੀ ਵੀ ਨਾ ਮਿਲੇ, ਕੋਈ ਫਾਇਦਾ ਨਹੀਂ ਇਹੋ ਜਿਹੀ ਅਮੀਰੀ ਦਾ, ਜਿੱਥੇ ਚੂਹੇ ਵੀ ਭੁੱਖੇ ਮਰਦੇ। ਅੱਜ ਤੇ ਕਲਯੁਗ ਦਾ ਜ਼ਮਾਨਾ ਹੈ, ਬੰਦਿਆਂ ਨੂੰ ਪਾਣੀ ਨਹੀਂ, ਕੁੱਤਿਆਂ ਨੂੰ ਲੋਕ ਗੋਦੀਆਂ ਚੁੱਕੀ ਫਿਰਦੇ ਆ, ਦੁੱਧ ਪਿਲਾਉਂਦੇ ਫਿਰਦੇ ਆ। ਅੱਗੇ ਲੋਕ ਕੁੱਤੇ ਰੱਖਦੇ ਸੀ ਇਸ ਵਾਸਤੇ ਵੀ ਪਰਿਵਾਰ ਮਹਿਫੂਜ਼ ਹੋ ਕੇ ਸੋਵੇ। ਹੁਣ ਬੰਦਾ ਜਾਗਦਾ ਤੇ ਕੁੱਤਾ ਗੋਦੀ ਵਿੱਚ ਸੌਂਦਾ। ਇਹ ਤੋਂ ਬਾਅਦ ਕਲਯੁਗ ਕੀ ਆਖੋ ਸਤਨਾਮ। ਕੁੱਤਾ ਘਰ ਦੀ ਰਾਖੀ ਲਈ ਹੁੰਦਾ ਸੀ, ਹੁਣ ਬੰਦੇ ਕੁੱਤਿਆਂ ਦੀ ਰਾਖੀ ਵਾਸਤੇ ਆ। ਆ ਪਾਰਕਾਂ 'ਚ ਜਾ ਕੇ ਨੋਟ ਕਰੋ, ਇੰਨੇ ਬੰਦੇ ਨਹੀਂ ਜਿੰਨੇ ਕੁੱਤੇ ਚੱਕੇ ਹੋਏ ਆ। ਠੀਕ ਹੈ, ਪਾਲਤੂ ਰੱਖਣੇ ਚਾਹੀਦੇ ਆ, ਪਰ ਐਡਾ ਵੀ ਨਹੀਂ ਵੀ ਆਪਣੇ ਧੀ ਪੁੱਤ ਬੱਚਿਆਂ ਨੂੰ ਪਤੀ ਸਾਰਿਆਂ ਨੂੰ ਇੱਕ ਪਾਸੇ ਕਰਕੇ ਕੁੱਤਾ ਹੀ ਸਾਰਾ ਕੁਝ ਹੋ ਜੇ, ਉਸੇ ਨੂੰ ਚੁੱਕੀ ਫਿਰੀ ਜਾਓ। ਤੇ ਫਿਰ ਮਾਫ ਕਰਿਓ, ਜੈਸਾ ਸੇਵੈ ਤੈਸੋ ਹੋਵੈ। ਬਾਣੀ ਕਹਿੰਦੀ ਜਿਹੋ ਜਿਹਾਂ ਦੀ ਤੂੰ ਸੇਵਾ ਕਰੇਂਗਾ ਉਹੋ ਜਿਹੀ ਹੋ ਜਾਏਗਾ, ਬਿਰਤੀ ਉਹੋ ਜਿਹੀ ਹੋ ਜਾਊਗੀ। ਪਿੰਡਾਂ ਵਿੱਚ ਆਪਣੇ ਕਈ ਲੋਕ ਹੁੰਦੇ, ਉਹ ਸਾਰਾ ਦਿਨ ਗੋਹਾ ਚੁੱਕਦੇ ਰਹਿੰਦੇ ਆ, ਪਸ਼ੂਆਂ ਦੀ ਸੇਵਾ ਕਰਦੇ ਵਿਚਾਰੇ, ਉਹਨੂੰ ਫਰਕ ਹੀ ਨਹੀਂ ਪੈਂਦਾ। ਉਹ ਗੋਹੇ ਕੋਲ ਬੈਠੀ ਚਾਹ ਪੀ ਲੈਂਦੇ ਆ, ਕਿਉਂ? ਜਿਹਦੀ ਸੇਵਾ ਕਰਦੇ ਉਹੋ ਜਿਹੀ ਮੱਤ ਹੋ ਗਈ ਹੈ। ਹੁਣ ਜਿਹੜਾ ਇਹਨਾਂ ਨੂੰ ਰੱਖੂਗਾ, ਇਹਨਾਂ ਨੂੰ ਬਹੁਤਾ ਪਿਆਰ ਕਰੂ, ਫਿਰ ਬੰਦਿਆਂ ਤੋਂ ਤੇ ਛੁੱਟੀ ਹੋਈ। ਆਖੋ ਸਤਨਾਮ। ਮੱਤ ਉਹੋ ਜਿਹੀ ਹੈ। ਹੁਣ ਉਹਨਾਂ ਸਮਿਆਂ ਦੇ ਵਿੱਚ ਕਲਯੁਗ ਬੇਸ਼ੱਕ ਪੂਰੇ ਜ਼ੋਰਾਂ ਤੇ ਸੀ, ਪਰ ਜਿਹੜਾ ਅੱਜ ਹਾਲਾਤ ਨੇ ਨਾ ਕਲਯੁਗ ਦੇ, ਇਹ ਥੋੜੇ ਹੋਰ ਤਰ੍ਹਾਂ ਦੇ ਆ, ਬੇਕਾਰੀ ਨੇ। ਭਾਈ ਲਾਲੋ ਜਦੋਂ ਉੱਠ ਕੇ ਆਇਆ ਨਾ, ਭਾਈ ਮਰਦਾਨਾ ਕਹਿੰਦਾ ਮਹਾਰਾਜ ਇਹ ਕੋਈ ਨਾ ਰੱਬੀ ਰੂਹ ਲੱਗਦੀ ਹੈ ਜੀ, ਇਹ ਸਾਨੂੰ ਆਉਣ ਸਾਰੀ ਇੰਨਾ ਪਿਆਰ ਕਰਦਾ ਸੀ, ਇਹਨੂੰ ਚਾਅ ਇੰਨਾ ਚੜ੍ਹ ਕੇ, ਦੇ ਘਰ ਕੱਖ ਵੀ ਹੈ ਨਹੀਂ, ਪਰ ਖੁਸ਼ੀ ਕਿੰਨੀ ਹੈ, ਚਿਹਰੇ ਤੇ ਖੁਸ਼ੀ ਹੈ ਨਾ। ਚਿਹਰਾ ਦੱਸਦਾ ਤੁਸੀਂ ਕਿਸੇ ਨੂੰ ਮਿਲ ਕੇ ਕਿੰਨੇ ਖੁਸ਼ ਹੋ। ਮਰਦ ਮੈਨੂੰ ਇਹਨਾਂ ਬਾਰੇ ਦੱਸੋ, ਮੈਂ ਨਹੀਂ ਜਾਣਦਾ ਇਹ ਰੱਬ ਦਾ ਪਿਆਰਾ ਕੌਣ ਹੈ। ਕੌਣ ਹੈ ਇਹ ਮਾਨਵ ਸੁਆਮੀ, ਜਿਹ ਪਰ ਕਰਨਾ ਕੀਨੀ। ਐ ਸੁਆਮੀ ਮਾਲਕ ਮੇਰੇ ਆ, ਜੀ ਤੇ ਤੁਸੀਂ ਇੰਨੇ ਤੁਰਠ ਗਏ, ਜਿਹਨੂੰ ਆਪ ਹੀ ਕਹਿਤਾ ਤੇਰੇ ਘਰ ਰਹਾਂਗੇ। ਸੱਚੇ ਪਾਤਸ਼ਾਹ ਕੋਈ ਆਮ ਤੇ ਨਹੀਂ ਹੋਣਾ, ਮੈਨੂੰ ਕਿਰਪਾ ਕਰਕੇ ਦੱਸੋ ਇਹ ਕੌਣ ਹੈ ਵਿਅਕਤੀ ਜਿਹਦੇ ਘਰ ਤੁਸੀਂ ਆ ਗਏ ਰਹਿਣ ਵਾਸਤੇ। ਰੱਬ ਰਹਿਣ ਆਇਆ ਜੀ, ਕੋਈ ਛੋਟਾ ਮੋਟਾ ਤੇ ਹੋਣਾ ਨਹੀਂ। ਛੋਟੇ ਮੋਟੇ ਤੋਂ ਭਾਵ ਕੀ ਹੈ ਵੀ ਦੁਨਿਆਵੀ ਤੌਰ ਤੇ ਛੋਟਾ ਵੱਡਾ ਅਮੀਰੀ ਗਰੀਬੀ ਨਹੀਂ, ਨਹੀਂ, ਇਹ ਤੇ ਬੰਦੇ ਦੀਆਂ ਬਣੀਆਂ ਚੀਜ਼ਾਂ ਨੇ। ਕਈ ਵਾਰ ਗਰੀਬ ਰਾਜੇ ਬਣ ਜਾਂਦੇ, ਕਈ ਵਾਰ ਰਾਜੇ ਕੰਗਾਲ ਹੋਏ ਫਿਰਦੇ ਹੁੰਦੇ ਆ। ਦਿਲ ਕਿਹਦਾ ਵੱਡਾ ਹੈ, ਹਿਰਦੇ ਦੀ ਅਮੀਰੀ ਕਿਹਦੇ ਕੋਲੇ ਹੈ। ਜਿਹਦੇ ਕੋਲ ਹਿਰਦੇ ਦੀ ਅਮੀਰੀ ਆ ਨਾ, ਮੰਗਣ ਵਾਲਾ ਵੀ ਕੋਲ ਬੈਠੇ ਪਸ਼ੂ ਪਕਸ਼ੀਆਂ ਨੂੰ ਭੁੱਖਾ ਨਹੀਂ ਸੌਣ ਦਿੰਦਾ। ਤੇ ਜਿਹੜਾ ਆਪ ਕਹਿੰਦਾ ਮੈਂ ਰੱਜਿਆ ਹੋਇਆ, ਉਹਦੇ ਤੇ ਕੁੱਤੇ ਵੀ ਚੌਂ ਚੌਂ ਕਰਦੇ ਆ, ਉਹਨਾਂ ਨੂੰ ਵੀ ਚੱਜ ਨਾਲ ਕੁਛ ਨਹੀਂ ਮਿਲਦਾ। ਦੁਨਿਆਵੀ ਤੌਰ ਤੇ ਰੱਜਿਆ, ਪਰ ਅੰਦਰੋਂ ਨੀਤ ਦਾ ਮਾੜਾ ਭੁੱਖਾ ਹੀ ਭੁੱਖਾ ਹੈ। ਭਾਈ ਲਾਲੋ ਦਾ ਏਡਾ ਵੱਡਾ ਜਿਗਰਾ ਵੇਖ ਕੇ ਭਾਈ ਮਰਦਾਨਾ ਜੀ ਪੁੱਛਣ ਲਈ ਮਜਬੂਰ ਹੋ ਗਏ, ਕਹਿੰਦੇ ਬਾਬਾ ਮੈਨੂੰ ਦੱਸ ਇਹ ਕੌਣ ਹੈ। ਇੰਨਾ ਚਾਅ ਆਪਣਾ ਅੱਜ ਤੱਕ ਕਿਸੇ ਨੇ ਨਹੀਂ ਕੀਤਾ। ਆਪਾਂ ਜਿੱਥੇ ਵੀ ਜਾਂਦੇ ਆ, ਲੋਕੀ ਮਾੜਾ ਚੰਗਾ ਕਹਿੰਦੇ, ਮੈਨੂੰ ਕਹਿੰਦੇ ਮਰਾਸੀ ਆ ਗਿਆ, ਡੂਮ ਆ ਗਿਆ, ਕਿਤੇ ਮੈਨੂੰ ਵੀ ਇੰਨਾ ਸਤਿਕਾਰ ਦੇ ਰਿਹਾ ਹੈ। ਇਹ ਰੂਹ ਕਿਹੜੀ ਹੈ। ਭਾਗ ਵੱਡੇ ਦੀ ਸਤਮੋਹ ਕੋ, ਬੁੱਧ ਭਗਤ ਮਹਿ ਪੀਨੀ। ਮਰਦ ਕਹਿੰਦੇ ਮਰਦਾਨਿਆ ਤੈਨੂੰ ਕੀ ਲੱਗਦਾ ਹੈ, ਤੂੰ ਵੀ ਕੋਈ ਅੰਦਾਜ਼ਾ ਲਾਇਆ ਹੋਣਾ ਸਾਡੇ ਨਾਲ ਰਹਿ ਕੇ। ਕਹਿੰਦਾ ਮਰਦ ਮੈਨੂੰ ਲੱਗਦਾ ਕੋਈ ਵਡਭਾਗਾ। ਵਡਭਾਗਾ ਕੌਣ ਹੁੰਦਾ? ਵੱਡਿਆਂ ਭਾਗਾਂ ਵਾਲੇ ਦਾ ਮੱਥਾ ਦੱਸਦਾ, ਇਹਦੇ ਭਾਗ ਕਿੱਡੇ ਵੱਡੇ ਆ। ਕਿਸੇ ਦੇ ਘਰੇ ਆਇਆ, ਚਾਹੇ ਦੁਸ਼ਮਣ ਵੀ ਆ ਜੇ, ਜੇ ਮੱਥਾ ਖਿੜਿਆ ਨਾ, ਅੰਦਰ ਕਪਟ ਨਹੀਂ, ਤੇ ਸਮਝੋ ਵੱਡੇ ਭਾਗਾਂ ਦੀ ਨਿਸ਼ਾਨੀ। ਚਾਅ ਚੜਿਆ ਮੈਂ ਕੀ ਬਣਾ ਕੇ ਖਵਾਦਾ, ਤੇ ਜੇ ਮੱਥੇ ਤੇ ਵੱਟ ਪੈਂਦਾ ਤੇ ਇਹ ਤੋਂ ਵੱਡੇ ਪਾਪਾਂ ਦੀ ਨਿਸ਼ਾਨੀ ਕੋਈ ਨਹੀਂ। ਉਹ ਪਹਿਲਾਂ ਵੀ ਨਰਕ ਚੋਂ ਆਇਆ ਤੇ ਨਰਕ ਚੋਂ ਨੇ ਫੇਰ ਜਾਣਾ। ਕਹਿੰਦਾ ਮਰ ਜੇ ਕੋਈ ਮੈਨੂੰ ਭਗਤੀ ਵਾਲਾ ਪੁਰਸ਼ ਲੱਗਦਾ, ਇੰਨਾ ਪ੍ਰੇਮ, ਆਪੇ ਤੋਂ ਵੱਧ ਫਿਕਰ ਕਰਦਾ। ਪਤਾ ਨਹੀਂ ਵਿਚਾਰੇ ਨੇ ਰੋਟੀ ਖਾਧੀ ਹੈ ਨਹੀਂ ਖਾਧੀ ਹੈ, ਕੰਮ ਤੇ ਗਿਆ ਨਹੀਂ ਗਿਆ, ਪਰ ਸਾਨੂੰ ਪਲੰਗਾ ਦੇ ਕੇ ਕਹਿੰਦਾ ਮੈਂ ਭੋਜਨ ਲੈ ਕੇ ਆਉਣਾ, ਪਤਾ ਨਹੀਂ ਕਿੱਥੋਂ ਲੈ ਕੇ ਆਊਗਾ। ਮਰਜ ਰੱਜੀ ਰੂਹ ਰੱਖਦੀ ਹੈ ਕੋਈ ਰੂਹਾਨੀਅਤ ਦਾ ਇਹ ਸੰਗਮ ਹੈ। ਸੁਣ ਕਰ ਬਚਨ ਉਚਾਰੇ ਸ੍ਰੀ ਮੁਖ, ਚੀਨਹੁ ਸੰਤ ਸਰੂਪਾ। ਗੁਰੂ ਸਾਹਿਬ ਕਹਿੰਦੇ ਮਰਦਾਨਿਆ ਜੇ ਤੂੰ ਜਾਣ ਹੀ ਲਿਆ ਨਾ ਇਹ ਭਗਤੀ ਵਾਲੀ ਰੂਹ ਹੈ,
ਇਹ ਅਸਲ ਵਿੱਚ ਸੰਤ ਰੂਪ ਸਾਧੂ, ਆਖੋ ਸਤਨਾਮ ਭਾਈ ਲਾਲੋ ਸੰਤ ਹੈ। ਮਰਦ ਕਹਿੰਦੇ ਇਹ ਸ਼ਾਂਤੀ ਦਾ ਸੋਮਾ ਏ ਭਾਈ, ਬੰਦਗੀ ਦੀ ਰੂਹਾਨੀਅਤ ਦੀ ਰੂਹ ਹੈ। ਚਿੱਤ ਕਰਦਾ ਸੀ ਇਹਨੂੰ ਮਿਲ ਕੇ ਆਵਾਂ, ਮੇਰਾ ਅੰਦਰੋਂ ਬੜੀ ਵਾਰ ਖਿਆਲ ਉੱਠਦਾ ਸੀ, ਤਾਂ ਹੀ ਸਤਿਗੁਰ ਆ ਗਏ। ਦੇਖੋ ਚੱਲ ਕੇ ਰੱਬ ਆਪ ਜਲ ਕੇ ਆਇਆ ਕਿਹਦੇ ਘਰੇ? ਭਾਈ ਲਾਲੋ ਦੇ। ਤੇ ਭਾਈ ਲਾਲੋ ਏਮਨਾਬਾਦ ਵਿੱਚ ਕੌਣ ਹੈ? ਇੱਕ ਟੁੱਟੀ ਜੀ ਝੁੱਗੀ 'ਚ ਰਹਿਣ ਵਾਲਾ ਗਰੀਬੜਾ ਜਿਹਾ ਸਿੱਖ ਹੈ, ਕੋਈ ਉਹਨੂੰ ਜਾਣਦਾ ਨਹੀਂ। ਆਪਣੇ ਰਿਸ਼ਤੇਦਾਰ ਉਹਨੂੰ ਛੱਡ ਕੇ, ਸਾਕ ਸੰਬੰਧੀ ਛੱਡ ਕੇ। ਕੱਲ ਵੀ ਸੁਣਿਆ ਨਾ ਵੀ ਗਰੀਬ ਦਾ ਕੋਈ ਰਿਸ਼ਤੇਦਾਰ ਨਹੀਂ ਹੁੰਦਾ, ਹੋ ਕੇ ਵੀ ਕੋਈ ਨਹੀਂ ਹੁੰਦਾ। ਤੇ ਅਮੀਰ, ਤੁਹਾਡੇ ਕੋਲ ਪੈਸਾ ਆ ਗਿਆ, ਤੁਹਾਡਾ ਕੋਈ ਕੁਝ ਨਹੀਂ ਲੱਗਦਾ, ਹਰੇਕ ਇੱਕ ਕਜ਼ਨ ਬਰਦਰ ਬਣਿਆ ਫਿਰਦਾ। ਆ ਮੇਰੀ ਮਾਸੀ ਦਾ ਮੁੰਡਾ, ਮੇਰੇ ਚਾਚੇ ਦਾ ਮੁੰਡਾ, ਮੇਰਾ ਭਤੀਜਾ, ਮੇਰਾ ਭਾਣਜਾ, ਮੇਰਾ ਪਤੌਰਾ ਦੋਹਰਾ, ਪਤਾ ਨਹੀਂ ਕਿਆ ਕਿਆ ਬਣ ਜਾਂਦਾ। ਮਾਇਆ ਨਾ ਸਾਰੀ। ਹੁਣ ਭਾਈ ਲਾਲੋ ਇਕੱਲਾ ਹੀ ਰਹਿੰਦਾ ਸੀ, ਕੋਈ ਸੰਗੀ ਸਾਥੀ ਨਹੀਂ ਸੀ। ਲੋਕ ਨਫ਼ਰਤ ਕਰਦੇ ਸੀ, ਪਰ ਉਹ ਬੰਦਗੀ ਕਰਦਾ ਸੀ। ਗੁਰੂ ਸਾਹਿਬ ਕਹਿੰਦੇ ਸੰਤ ਮਹਾਂਪੁਰਖ ਨੇ, ਇਹ ਬੰਦਗੀ ਵਾਲੇ ਪੂਰੇ ਸੂਰੇ ਨੇ, ਇਹਨਾਂ ਦੇ ਦਰਸ਼ਨ ਕਰਨ ਨੂੰ ਚਿੱਤ ਕੀਤਾ। ਮਰਦਾਨਿਆਂ ਆਪਾਂ ਤਾਂ ਆਏ ਆਂ, ਭਗਤ ਕਰਤ ਬੀਤੇ ਕੁਛ ਜਨਮ, ਅਬ ਵੀ ਸਫਲ ਅਨੂਪ। ਗੁਰੂ ਸਾਹਿਬ ਫਿਰ ਆਪ ਕਹਿੰਦੇ ਮਰਦਾਨਿਆਂ, ਇਹ ਅੱਜ ਦਾ ਭਗਤੀ ਨਹੀਂ ਕਰਦਾ, ਇਹਨੂੰ ਕਈ ਜਨਮ ਬੀਤ ਗਏ ਭਗਤੀ ਕਰਦਿਆਂ ਨੂੰ। ਜੇ ਅੱਜ ਆਪਾਂ ਗੁਰੂ ਕਲਗੀਧਰ ਦੇ ਸਿੱਖ ਬਣੇ ਆ ਨਾ, ਸਿੰਘ ਬਣੇ ਆ, ਹਲੇ ਇੱਥੇ ਕਿਸੇ ਨੂੰ ਕਹਿ ਦੋ ਵੀ ਅੰਮ੍ਰਿਤ ਛਕ ਲਾਓ, ਕਹਿੰਦਾ ਯਾਰ ਘਰ ਦੇ ਨਹੀਂ ਮੰਨਦੇ। ਹੁਣ ਆਪਾਂ ਗੁੱਸਾ ਕਰਦੇ ਆ ਵੀ ਇਹ ਬੰਦੇ ਨੂੰ 20 ਸਾਲ ਗੁਰਦੁਆਰੇ ਆਉਂਦੇ ਨੂੰ ਹੋ ਗਏ, ਜੁੜਦਾ ਕਿਉਂ ਨਹੀਂ? ਜੁੜੂਗਾ ਕਿਵੇਂ ਭਾਈ? ਜੁੜਨਾ ਹੀ ਉਹਨੇ ਹੈ ਜਿਹੜਾ ਪਿਛਲੇ ਜਨਮਾਂ ਤੋਂ ਕਿਤੇ ਜੁੜਿਆ ਆਇਆ। ਉਹਨੂੰ ਕਹਿਣਾ ਨਹੀਂ ਪੈਂਦਾ, ਚੋਰੀ ਜਾ ਕੇ ਵੀ ਜੁੜ ਜਾਂਦਾ ਗੁਰੂ ਘਰ ਨਾਲ। ਆਪਣੇ ਆਪ ਜੁੜੂ, ਆਪਣੇ ਆਪ ਭੱਜੂਗਾ। ਤੇ ਜਿਹਦੇ ਮਾੜੇ ਕਰਮ ਨੇ ਉਹਨੂੰ ਲੱਖ ਵਾਰ ਕਹਿ ਵੀ ਲੋ। ਕੋਈ ਸੰਤ ਮਹਾਂਪੁਰਖ ਵੀ ਬਚਨ ਕਰਦੇ ਵੀ ਦਾੜੀ ਰੱਖ ਲੈ, ਰੱਖ ਲਈ, ਫੇਰ ਖੜਾਤੀ। ਬਿਨਾਂ ਭਾਗਾਂ ਦਾ ਥੋੜਾ ਕੁਛ ਮਿਲਦਾ। ਮਰਦ ਕਹਿੰਦੇ ਬੜੇ ਜਨਮ ਹੋ ਗਏ ਇਹਨੂੰ ਭਗਤੀ ਕਰਦਿਆਂ ਨੂੰ, ਆ ਜਨਮ ਇਹਦਾ ਅੱਜ ਸਫਲਾ ਹੋਇਆ। ਆਖੋ ਸਤਨਾਮ। ਜਨਮਾਂ ਜਨਮਾਂ ਦੀ ਭਗਤੀ ਹੁੰਦੀ ਹੈ ਤਾਂ ਕਿਤੇ ਸਿੱਖੀ ਵਿੱਚ ਜਨਮ ਮਿਲਦਾ ਹੈ। ਸਿੱਖ ਬਣਨਾ ਖੇਡ ਹੈ ਜੀ। ਆ ਪੰਜਾਬ ਦੀ ਧਰਤੀ ਦੀ ਗਿਣਤੀ ਕਿੰਨੀ ਹੈ? ਜੇ ਦੇਖੀਏ ਰੇਸ਼ੋ ਕੱਢੀਏ ਤੇ 3 ਕਰੋੜ ਮੰਨੀ ਜਾਂਦੀ ਹੈ ਵੀ ਇੰਨੇ ਕੁ ਲੋਕ ਆਪਾਂ ਇੱਥੇ ਜਨਸੰਖਿਆ। ਇਹ 'ਚੋਂ ਜੇ ਵੇਖਿਆ ਜਾਵੇ ਤੇ ਸਿੱਖ ਕਿੰਨੇ ਕੁ ਨੇ? ਚਲੋ 30 ਲੱਖ ਲਾ ਲਓ, 25 ਲੱਖ ਲਾ ਲਓ, ਘੱਟ ਤੋਂ ਘੱਟ। ਮੈਂ ਵੱਧ ਨਹੀਂ ਕਿਹਾ, ਘੱਟ ਤੋਂ ਘੱਟ। ਹੁਣ ਇੰਨਿਆਂ ਦੇ ਵਿੱਚੋਂ ਅਸਲ ਕਿੰਨੇ ਕਾ? ਉਹ ਲੱਭਣੇ ਔਖੇ ਹੀ। ਆਖੋ ਸਤਨਾਮ। ਮੇਰੇ ਵਰਗੇ ਨਕਲੀ ਸਿੱਖ ਬਹੁਤ ਮਿਲ ਜਾਣਗੇ ਤੁਹਾਨੂੰ, ਬੜੇ ਸੋਹਣੇ ਸੋਹਣੇ ਕੱਪੜੇ ਪਾਏ, ਕੱਪੜਿਆਂ ਤੇ ਜ਼ੋਰ ਲਾਇਆ ਹੋਇਆ, ਅੰਦਰ ਬੰਦਗੀ ਨਹੀਂ, ਅੰਦਰ ਸੇਵਾ ਨਹੀਂ, ਨਿਮਰਤਾ ਨਹੀਂ। ਸਿੱਖ ਨੂੰ ਵੇਖ ਕੇ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ ਵੀ ਇਹ ਕਿੱਥੋਂ ਆ ਗਿਆ ਹੋਇਆ। ਅੱਜ ਆਹ ਹਾਲਤ ਹੈ ਨਾ। ਪਰ ਮਰਦ ਕਹਿੰਦੇ ਇਹਦੇ ਕਈ ਜਨਮਾਂ ਦੀ ਤਪੱਸਿਆ ਹੈ, ਕਈ ਜਨਮਾਂ ਦੀ ਭਗਤੀ ਹੈ। ਕਹਿੰਦੇ ਅੱਜ ਉਹ ਜਨਮ ਆਇਆ ਹੈ। ਭਗਤ ਜੀ ਨੇ ਕਿਹਾ ਨਾ, ਭਗਤ ਰਵਿਦਾਸ ਜੀ ਨੇ, ਬਹੁਤ ਜਨਮ ਵਿਛਰੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ। ਵੀ ਇਹ ਜਨਮ ਤੇਰੇ ਲੇਖੇ 'ਚ ਹੈ। ਕਹਿ ਰਵਿਦਾਸ ਆਸ ਲੱਗ ਜੀਵੋ, ਚਿਰ ਭਇਓ ਦਰਸ਼ਨ ਦੇਖੇ। ਤਾਈਓ ਕਹੀ ਜਾਂਦਾ ਸੀ ਤੁਹਾਨੂੰ ਕਿਤੇ ਦੇਖਿਆ ਦੇਖਿਆ ਲੱਗਦਾ। ਮੈਂ ਕੱਲ ਬੇਨਤੀ ਕੀਤੀ ਸੀ ਵੀ ਜਿੱਦਾਂ ਟਾਈਮ ਟਰੈਵਲ ਚੱਲਦਾ ਨਾ, ਵੀ ਸਾਡੇ ਨਾਮ ਦੇ ਕਈ ਵਿਅਕਤੀ ਕਿਸੇ ਹੋਰ ਧਰਤੀ ਤੇ ਵੀ ਬੈਠੇ ਆ। ਪਤਾ ਨਹੀਂ ਅਸੀਂ ਕਿੱਥੇ ਕਿੱਥੇ ਜਾ ਕੇ ਆਏ ਆ, ਕਿਹੜੇ ਪਲੈਨਟ ਤੇ ਗਏ ਆ, ਕਿਹੜੀ ਧਰਤੀ ਤੇ ਗਏ ਆ, ਕਿਹੜੀ ਜੂਨ 'ਚ ਗਏ ਆ। ਅਸੀਂ ਲੱਖਾਂ ਜਨਮ ਧਾਰਨ ਕੀਤੇ ਹੋਣੇ। ਜਦੋਂ ਤੋਂ ਸ੍ਰਿਸ਼ਟੀ ਬਣੀ ਆਪਾਂ ਤੇ ਉਦੋਂ ਦੇ ਬਣੇ ਹੋਏ ਆ। ਆਪਾਂ ਅੱਜ ਕੱਲ੍ਹ ਦੇ ਥੋੜ੍ਹੀ ਆ। ਜਦੋਂ ਤੋਂ ਇਹ ਧਰਤੀ ਬ੍ਰਹਿਮੰਡ ਸੰਸਾਰ ਰਚਿਆ, ਆਪਾਂ ਵੀ ਉਦੋਂ ਤੋਂ ਹੀ ਤੁਰੇ ਫਿਰਦੇ ਆ। ਕਦੇ ਕਿਸੇ ਜੂਨ ਵਿੱਚ, ਕਦੇ ਕਿਸੇ ਜੂਨ ਵਿੱਚ, ਕਦੇ ਕਿਸੇ ਜੂਨ ਵਿੱਚ। ਤੇ ਜਿੱਥੇ ਜਿੱਥੇ ਬੰਦਾ ਜਾ ਕੇ ਆਇਆ ਹੁੰਦਾ ਹੈ, ਉਹ ਸੁਰਤ ਦੇ ਵਿੱਚ ਰਿਕਾਰਡ ਰਹਿੰਦਾ ਹੈ। ਮਨ ਉਹੀ ਹੈ। ਤਾਂ ਹੀ ਸਤਿਗੁਰਾਂ ਨੇ ਬਾਣੀ ਵਿੱਚ ਕਿਹਾ, ਜਨਮ ਜਨਮ ਕੀ ਇਸ ਮਨ ਕਉ ਮਲ ਲਾਗੀ। ਜਨਮਾਂ ਜਨਮਾਂ ਦੀ ਮੈਲ ਕਿੱਥੋਂ ਲੱਗੀ? ਇਸ ਮਨ ਨੂੰ, ਕਿਉਂਕਿ ਮਨ ਪੁਰਾਣਾ ਹੀ ਹੈ। ਇਸੇ ਕਰਕੇ ਸੰਸਕਾਰ ਨਵੇਂ ਪੁਰਾਣੇ ਆਈ ਜਾਈ ਜਾਂਦੇ ਆ। ਸਰੀਰ ਬਦਲਦਾ ਏ, ਮਨ ਨਹੀਂ ਮਰਦਾ, ਰੂਹ ਨਹੀਂ ਮਰਦੀ। ਜਿਸ ਦਿਨ ਤੋਂ ਪਰਮਾਤਮਾ ਨੇ ਸ੍ਰਿਸ਼ਟੀ ਸਾਧੀ, ਅਸੀਂ ਉਸੇ ਦਿਨ ਦੇ ਤੁਰੇ ਫਿਰਦੇ ਆ। ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗੱਜ ਮੀਨ ਕੁਰੰਗਾ। ਇਸ ਸ਼ਬਦ ਵਿੱਚ ਮਰਦ ਨੇ ਜ਼ਿਕਰ ਕੀਤਾ, ਕਹਿੰਦੇ ਪਤਾ ਨਹੀਂ ਕੀ ਕੀ ਬਣਿਆ, ਕਿੱਥੇ ਕਿੱਥੇ ਬਣਿਆ, ਕੀ ਕੀ ਕੀਤਾ। ਗੁਰੂ ਸਾਹਿਬ ਦੇ ਬਚਨ ਯਾਦ ਆਉਂਦੇ ਭਾਈ ਮਰਦਾਨੇ ਨੂੰ। ਸੱਚਮੁੱਚ ਤਾਈਓ ਕਹਿੰਦਾ ਸੀ, ਮੈਂ ਤੁਹਾਨੂੰ ਵੇਖਿਆ ਕਿਤੇ, ਪਰ ਸਮਝ ਨਹੀਂ ਆਉਂਦਾ ਤੁਸੀਂ ਹੈ ਕੌਣ ਹੋ, ਦੱਸੋ ਤੇ ਸਹੀ। ਉਹਦਾ ਭਾਵ ਕੀ ਹੈ? ਉਹ ਜਨਮਾਂ ਜਨਮਾਂ ਤੋਂ ਗੁਰੂ ਨਾਨਕ ਸਾਹਿਬ ਨੂੰ ਚੇਤੇ ਕਰਦਾ। ਕੀ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਜਨਮ ਹੁਣੀ ਹੋਇਆ? 1469 'ਚ ਹੋਇਆ। ਇਹ ਸਰੀਰ ਦਾ ਜਨਮ ਸੀ ਦੁਨਿਆਵੀ ਤੌਰ ਤੇ। ਗੁਰੂ ਨਾਨਕ ਤੇ ਆਦ ਕਾਲ ਤੋਂ ਹੀ ਨੇ। ਆਖੋ ਸਤਨਾਮ। ਆਦ ਨਿਰੰਜਨ ਹੈ ਗੁਰੂ ਨਾਨਕ,
ਧਾਰ ਕੈ ਮੂਰਤ ਹੈ ਜਗ ਆਇਓ। ਉਹ ਤੇ ਆਦ ਕਾਲ ਤੋਂ ਨੇ, ਜਦੋਂ ਤੂੰ ਸ੍ਰਿਸ਼ਟੀ ਵੀ ਨਹੀਂ ਸੀ ਬਣੀ। ਇਸੇ ਕਰਕੇ ਬਾਣੀ ਰੋਜ਼ ਕਹਿੰਦੀ ਆਦ ਸੱਚ ਜੁਗਾਦ ਸੱਚ। ਆਦ ਕਾਲ ਤੋਂ ਹੀ ਸੱਚ ਨੇ ਗੁਰੂ ਨਾਨਕ ਸਾਹਿਬ, ਤੇ ਨਾਮ ਵੀ ਸਤਿਗੁਰਾਂ ਦੇ ਅਵਤਾਰ ਤੋਂ ਪਹਿਲਾਂ ਹੀ ਸੀ। ਇਹ ਨਹੀਂ ਹੈ ਵੀ ਪੰਡਤ ਹਰਦਿਆਲ ਨੇ ਨਾਮ ਰੱਖਿਆ ਨਾਨਕ, ਨਹੀਂ ਨਹੀਂ। ਜੇ ਇਹਨੇ ਰੱਖਿਆ ਨਾ ਤੇ ਵੇਦਾਂ ਕਿਤਾਬਾਂ 'ਚ ਪਹਿਲਾਂ ਕਿੱਥੋਂ ਲਿਖਿਆ ਗਿਆ ਵੀ ਪਸ਼ਚਮੇ ਤੋਂ ਸ਼ੁਭ ਦੇਸੇ ਬੇਦੀ ਵੰਸੇ 'ਚ ਨਾਨਕੋ। ਇਹ ਤੇ ਸਤਿਯੁਗ 'ਚ ਲਿਖਤਾ, ਉਹ ਧੁਰ ਤੋਂ ਆਏ ਹੋਏ ਆ। ਆਪ ਪਰਮਾਤਮਾ ਨੇ। ਮਰਦ ਕਹਿੰਦੇ ਇਹਦੇ ਕਈ ਜਨਮਾਂ ਦੀ ਭਗਤੀ ਹੈ, ਹਰ ਵਾਰ ਮਿਲਣ ਦੀ ਚਾਹਨਾ ਰੱਖਦਾ ਸੀ ਵੀ ਰੱਬਾ ਮੇਰਿਆ ਮੈਂ ਮਿਲਣਾ ਤੈਨੂੰ ਹੈ। ਸਤਿਗੁਰ ਕਹਿੰਦੇ ਭਗਤੀ ਸਫਲੀ ਹੋ ਗਈ। ਮਰਦਾਨਿਆ ਅੱਜ ਉਹ ਸਮਾਂ ਕਰਮਾਂ ਵਾਲਾ ਆਣ ਪੁੱਜਿਆ ਏ। ਨੋ ਬਿਦ ਭਗਤ ਅਹੈ ਮਰਦਾਨਾ, ਜਾ ਮਹਿ ਇੱਕੋ ਹੋਈ। ਗੁਰੂ ਸਾਹਿਬ ਕਹਿੰਦੇ ਇਹ ਇੱਕ ਭਗਤੀ ਕਰਦਾ ਸੀ। 9 ਤਰ੍ਹਾਂ ਦੀਆਂ ਭਗਤੀਆਂ ਨੇ ਭਾਈ ਮਰਦਾਨਿਆ। ਉਹਨਾਂ ਚੋਂ ਜਿਹੜੀ ਭਗਤੀ ਇਹ ਕਰਦਾ ਸੀ ਬਹੁਤ ਵੱਡੀ ਹੈ। ਜਦੋਂ ਭਾਈ ਮਰਦਾਨਾ ਜੀ ਨੇ ਸੁਣਿਆ 9 ਤਰ੍ਹਾਂ ਦੀ ਭਗਤੀ, ਮਨ 'ਚ ਖਿਆਲ ਆਇਆ ਵੀ ਮੈਨੂੰ ਤੇ ਇੱਕ ਦਾ ਹੀ ਪਤਾ, ਆਖੋ ਸਤਨਾਮ। ਹੁਣ ਸਾਨੂੰ ਕੋਈ ਪੁੱਛੇ ਵੀ ਭਾਈ ਸਾਹਿਬ ਭਗਤੀ 9 ਤਰ੍ਹਾਂ ਦੀ ਹੁੰਦੀ ਹੈ? ਨਾ ਨਾ, ਇਹ ਗੁਰਦੁਆਰੇ ਜਾਣਾ ਪਾਠ ਕਰਨਾ ਇੱਕ ਹੀ ਹੁੰਦੀ ਭਗਤੀ। 9 ਕਿਹੜੀਆਂ ਆ ਗਈਆਂ? ਦੁਨਿਆਵੀ ਬੰਦਾ ਤੇ ਇੱਥੇ ਹੀ ਖੜਾ ਹੋਊਗਾ ਨਾ। ਇਹ ਹੁਣ ਸੁਰਤ ਦੇ ਮਾਰਗ ਨੇ। 9 ਤਰ੍ਹਾਂ ਦੀ ਭਗਤੀ, ਜਿਹਨੂੰ ਨਵਦਾ ਭਗਤੀ ਕਹਿੰਦੇ ਆ। ਗੁਰੂ ਸਾਹਿਬ ਆਪ ਕਹਿ ਰਹੇ ਆ। ਭਾਈ ਲਾਲੋ ਦੇ ਘਰ ਬਹਿ ਕੇ ਜਦੋਂ ਭਾਈ ਲਾਲੋ ਭੋਜਨ ਬਣਾਉਣ ਗਿਆ ਨਾ, ਉਦੋਂ ਸਤਿਗੁਰ ਤੇ ਸਤਿਗੁਰਾਂ ਦਾ ਪਿਆਰਾ ਭਾਈ ਮਰਦਾਨਾ ਬੈਠਾ। ਕਹਿੰਦਾ ਮਹਾਰਾਜ 9 ਤਰ੍ਹਾਂ ਦੀ ਭਗਤੀ ਕਿਹੜੀ ਹੁੰਦੀ ਹੈ? ਮੈਂ ਇਹਦੇ ਬਾਰੇ ਅਣਜਾਣ ਹਾਂ। ਭਵ ਸਾਗਰ ਤਰਗਤ ਕੋ ਪਾਵੇ, ਨਹਿ ਲਖ ਸੰਸਾ ਕੋਈ। ਭਾਈ ਜਿਹਦੇ ਅੰਦਰ ਇਹ 9 ਤਰ੍ਹਾਂ ਦੀ ਭਗਤੀ ਆ ਜੇ, ਉਹ ਭਵ ਸਾਗਰ ਤੋਂ ਤਰ ਜਾਂਦਾ ਏ। ਉਹਦੇ ਅੰਦਰ ਕੋਈ ਸੰਸਾ ਨਹੀਂ ਰਹਿੰਦਾ, ਸ਼ੰਕਾ। ਸਾਡੀ ਜਾਨ ਨੂੰ ਤੇ 100 ਸਿਆਪੇ। ਅਸੀਂ ਤੇ ਕਿਤੇ ਗੁਰੂ ਘਰ ਬੈਠੇ ਹੋਈਏ ਤੇ ਸਾਡਾ ਤੇ ਮਨ ਉੱਥੇ ਵੀ ਨਹੀਂ ਲੱਗਦਾ। ਗੁਰਦੁਆਰੇ ਆਈਏ ਤੇ ਹੁੰਦਾ ਘਰ ਭੱਜਾ ਛੇਤੀ, ਘਰੇ ਪਤਾ ਨਹੀਂ ਕੀ ਬੰਬ ਰੱਖਿਆ। ਘਰੇ ਹੋਈਏ ਹਾਏ ਗੁਰਦੁਆਰੇ ਚੱਲ ਜਾ ਛੇਤੀ, ਅੱਜ ਜਾਇਆ ਨਹੀਂ ਗਿਆ। ਟਿਕਾ ਹੈ ਕਿਸੇ ਪਾਸੇ? ਕਦੇ ਬੰਦਾ ਇਹ ਹੋਇਆ ਵੀ ਅੱਜ ਜਾ ਘਰ ਤੇ 24 ਘੰਟੇ ਰਹਿਣਾ। ਜੇ ਗੁਰੂ ਘਰੇ ਆਏ ਆ, ਚੌਂਕੜਾ ਲਾ ਕੇ ਹਾਜ਼ਰੀ ਭਰ ਲਈਏ, ਸਿਮਰਨ ਕਰ ਲਈਏ, ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰ ਲਈਏ 2 ਘੜੀ। ਨਾ ਨਾ, ਘਰੇ ਆ ਕੇ ਭਾਈ ਸਾਹਿਬ ਜਲ ਪਾਣੀ, ਉਹ ਨਾ ਜੀ ਬਸ ਘਰੇ ਜਾਣਾ ਹੈ। ਵੀ ਫਿਰ ਆਇਆ ਕੀ ਕਰਨ ਸੀ, ਉੱਥੇ ਹੀ ਰਹਿੰਦਾ। ਦੱਸ ਦਿੰਦੇ, ਵੀਡੀਓ ਕਾਲ ਤੇ ਵਿਖਾ ਦਿੰਦੇ ਗੁਰਦੁਆਰਾ। ਹਾਲਤ ਕਿਹੜੀ ਅੱਜ ਸਾਡੀ। ਗੁਰੂ ਨਾਨਕ ਸਾਹਿਬ ਆਖਣ ਲੱਗੇ ਮਰਦਾਨਿਆਂ, ਜਿਹਦੇ ਅੰਦਰੋਂ ਸ਼ੰਕਾ ਖਤਮ ਹੋ ਜੇ ਨਾ, ਉਹ ਜਿਉਂਦਾ ਜੀ ਮੁਕਤ ਹੁੰਦਾ ਏ। ਆ ਵੀ ਅੱਜ ਅਸੀਂ ਲਈ ਫਿਰਦੇ ਆ, ਮੈਂ ਇੰਨੇ ਪੁੰਨ ਕੀਤੇ, ਮੇਰੇ ਨਾਲ ਮਾੜਾ ਕਿਉਂ ਹੋ ਗਿਆ? ਮੈਂ ਤੇ ਸੇਵਾ ਬੜੀ ਕੀਤੀ ਬਾਈ, ਮੇਰਾ ਰੱਬ ਨੇ ਬੁਰਾ ਕਿਉਂ ਕਰਤਾ? ਇਹ ਸ਼ੰਕਾ ਏ, ਇਹ ਭਰਮ ਹੈ। ਬੰਦਗੀ ਵਾਲਿਆਂ ਨੂੰ ਇਹ ਵੀ ਭਰਮ ਨਹੀਂ ਹੁੰਦਾ ਵੀ ਮੈਂ ਸੇਵਾ ਕੀਤੀ ਮੈਂ ਮੁਕਤ ਹੋ ਜਾਊਂਗਾ, ਮੈਂ ਅੰਮ੍ਰਿਤ ਛਕ ਲਿਆ, ਗੁਰਦੁਆਰੇ ਜਾਣਾ, ਸਾਡਾ ਕੁਝ ਬਣੂਗਾ। ਅਸੀਂ ਤੇ ਸੋਚਦੇ ਫਿਰਦੇ ਆ ਪਤਾ ਨਹੀਂ ਜੀ ਧਰਮਰਾਜ ਸਾਡਾ ਕੀ ਕਰੂਗਾ। ਉਹਨੇ ਕੀ ਕਰਨਾ ਹੈ? ਜੇ ਤੈਨੂੰ ਆਪਣੇ ਗੁਰੂ ਤੇ ਭਰੋਸਾ ਤੇ ਧਰਮਰਾਜ ਤੇ ਹੱਥ ਜੋੜੀ ਫਿਰੂ, ਆਖੋ ਸਤਨਾਮ। ਹੁਣ ਭਰੋਸਾ ਬਣਾਉਣਾ ਹੀ ਤੇ ਔਖਾ ਕੰਮ ਹੈ, ਬਹੁਤ ਔਖਾ ਏ। ਸਤਿਗੁਰ ਕਹਿੰਦੇ ਮਰਦਾਨੇ ਆ, ਜਦੋਂ ਅੰਦਰੋਂ ਸ਼ੰਕਾ ਮੁੱਕ ਜਾਏ ਨਾ, ਹਰ ਤਰ੍ਹਾਂ ਦੀ ਸੇਵਾ ਸਫਲੀ ਹੁੰਦੀ ਹੈ। ਮਰਦਾਨਾ ਬੂਜਤ ਭਾਤਬ ਹੀ, ਸਭ ਵਿਦ ਭਗਤ ਕਹੀਜੈ। ਤੇ ਫਿਰ ਭਾਈ ਮਰਦਾਨਾ ਦੋਨੇ ਹੱਥ ਜੋੜ ਗਲ ਪੱਲਾ ਪਾ ਕੇ ਕਹਿੰਦੇ ਬਾਬਾ ਜੀ ਕਿਰਪਾ ਕਰੋ, ਆ 9 ਤਰ੍ਹਾਂ ਦੀ ਜਿਹੜੀ ਭਗਤੀ ਆ ਨਾ, ਮੇਰੀ ਝੋਲੀ ਪਾ ਦਿਓ, ਮੈਨੂੰ ਵੀ ਦੱਸ ਦਿਓ। ਧੰਨ ਸੀ ਭਾਈ ਮਰਦਾਨਾ, ਉਹਨੇ ਪੁੱਛਿਆ ਤੇ ਅੱਜ ਸਾਨੂੰ ਪਤਾ ਲੱਗ ਰਿਹਾ, ਅਸੀਂ ਸੁਣ ਰਹੇ ਆ। ਗੁਰੂ ਸਾਹਿਬ ਕਹਿੰਦੇ ਮਰਦਾਨਿਆ ਫਿਰ ਲਾ ਚੌਂਕੜਾ, ਆ ਤੈਨੂੰ ਦੱਸਾਂ। ਭਾਈ ਮਰਦਾਨਾ ਥੱਲੇ ਬਹਿਣਾ ਚਾਹੁੰਦੇ ਸੀ, ਮਰਦ ਸਰਾਣੇ ਵਾਲੇ ਪਾਸੇ ਆ, ਭਾਈ ਮਰਦਾਨਾ ਪੈਂਦਾ ਵਾਲੇ ਪਾਸੇ ਆ। ਮੰਜੀ ਤੇ ਲਾਏ ਨੇ ਚੌਂਕੜੇ। ਗੁਰੂ ਬਾਬਾ ਜੀ ਸਾਹਮਣੇ ਬੈਠ ਕੇ ਭਾਈ ਮਰਦਾਨੇ ਨੂੰ ਉਹਦੇ ਸਵਾਲਾਂ ਦਾ ਜਵਾਬ ਦਿੰਦੇ ਨੇ। ਜਿਹ ਕੇ ਕਰਤ ਪਰਮਗਤ ਪਾਵੇ, ਭਵ ਜਲ ਭਲੇ ਤਰੀਜੈ। ਗੁਰੂ ਸਾਹਿਬ ਨੇ ਸਪਸ਼ਟ ਕਿਹਾ ਮਰਦਾਨਿਆਂ, ਜਿਹਨੇ ਇਸ ਭਗਤੀ ਚੋਂ ਇੱਕ ਤਰ੍ਹਾਂ ਦੀ ਭਗਤੀ ਵੀ ਕਰ ਲਈ, ਇੱਕ ਤਰ੍ਹਾਂ ਦੀ ਵੀ, 9 ਚੋਂ ਕਿਸੇ ਨੇ ਇੱਕ ਵੀ ਕਰ ਲਈ ਨਾ, ਵੀ 8 ਨਹੀਂ ਹੋਈਆਂ, ਕਹਿੰਦੇ ਕੋਈ ਗੱਲ ਨਹੀਂ, ਭਵ ਸਾਗਰ ਤੋਂ ਉਹਨੇ ਤਰਨਾ ਹੀ ਤਰਨਾ। ਆਖੋ ਸਤਨਾਮ। ਕੋਈ ਨਹੀਂ ਰੋਕ ਸਕਦਾ, ਇੱਕ ਤਰ੍ਹਾਂ ਦੀ ਵੀ ਭਗਤੀ ਹੋ ਜਾਏ ਤੇ ਕਿੱਡਾ ਸੌਖਾ ਮਾਰੇ ਗਏ। ਇੱਥੇ ਤੇ ਵੱਡੇ ਵੱਡੇ ਰਿਸ਼ੀ ਮੁਨੀ ਭਗਤੀ ਕਰਦੇ ਰਹੇ ਆ, ਪਰ ਜੀਵਨ ਸਫਲਾ ਨਹੀਂ ਹੋਇਆ। ਨਾਰਦ ਮੁਨੀ ਜੀ ਕਰਦੇ ਸੀ 9 ਤਰ੍ਹਾਂ ਦੀ ਭਗਤੀ, ਜੋ ਅੱਜ ਗੁਰੂ ਨਾਨਕ ਸਾਹਿਬ ਮਹਾਰਾਜ ਦੱਸਦੇ ਆ। ਕਹਿੰਦੇ ਉਹ ਭਗਤੀ ਭਾਈ ਲਾਲੋ ਵੀ ਕਰਦਾ ਹੈ, ਜਨਮਾਂ ਜਨਮਾਂ ਤੋਂ ਕਰਦਾ ਹੈ, ਇੱਕ ਜਨਮ ਦਾ ਫਲ ਥੋੜੀ ਹੈ।
ਜੇ ਅੱਜ ਤੁਸੀਂ ਸੰਗਤ ਵਿੱਚ ਬੈਠੇ ਹੋ ਲਗਾਤਾਰ ਸੁਣਦੇ ਹੋ, ਮੇਰੇ ਵਰਗਾ ਬੰਦਾ 2 ਦਿਨ ਆਉਂਦਾ ਹਟ ਜਾਂਦਾ ਹੈ, ਮਹੀਨਾ ਆਊਗਾ ਹਟ ਜਾਊਗਾ, ਤੁਸੀਂ ਕਿਉਂ ਨਹੀਂ ਹਟੇ? ਕਿਤੇ ਨਾ ਕਿਤੇ ਕੋਈ ਪੂਰਬਲਾ ਕਰਮ ਐਸਾ ਹੈ, ਗੁਰੂ ਦੀ ਕਿਰਪਾ ਐਸੀ ਹੈ ਜੋ ਤੁਹਾਨੂੰ ਖਿੱਚ ਕੇ ਰੋਜ਼ ਲੈ ਆਉਂਦੀ ਹੈ। ਕਿਹਦੇ ਕੋਲ ਸਮਾਂ ਜੀ ਦੱਸੋ? ਕਲਯੁਗ ਦਾ ਟਾਈਮ ਹੈ, ਜਿਹਨੂੰ ਮਰਜ਼ੀ ਪੁੱਛ ਕੇ ਵੇਖੋ, ਹਰ ਬੰਦਾ ਕਹਿੰਦਾ ਨਾ ਜੀ ਟਾਈਮ ਹੀ ਨਹੀਂ ਹੈ, ਕਹਿੰਦੇ ਗੁਰਦੁਆਰੇ ਆ ਜਾਇਆ ਕਰ ਫਲਾਣੇ, ਕਹਿੰਦਾ ਨਾ ਟਾਈਮ ਨਹੀਂ ਹੈ। ਪਰ ਤੁਸੀਂ ਸਮਾਂ ਕੱਢ ਕੇ ਆ ਰਹੇ ਹੋ, ਤੁਹਾਨੂੰ ਕੋਈ ਖਿੱਚ ਕੇ ਨਹੀਂ ਲੈ ਕੇ ਆਉਂਦਾ, ਬੁਲਾ ਕੇ ਨਹੀਂ ਲੈ ਕੇ ਆਉਂਦਾ, ਕਿਉਂ ਆ ਰਹੇ ਹੋ? ਕਿਤੇ ਨਾ ਕਿਤੇ ਗੁਰੂ ਨਾਨਕ ਸਾਹਿਬ ਦੀ ਕਿਰਪਾ ਹੈ, ਇਹਦਾ ਹੰਕਾਰ ਨਹੀਂ ਕਰਨਾ ਵੀ ਮੇਰੇ ਤੇ ਕਿਰਪਾ ਮੈਂ ਤਾਂ ਆਉਣਾ, ਜਿੱਦਣੇ ਸੋਚ ਲਿਆ ਉਦਣ ਹੀ ਗਿਆ ਸਾਰਾ ਕੁਝ। ਮਹਾਰਾਜ ਕਿਰਪਾ ਰੱਖਿਓ, ਤੇਰੀ ਨਜ਼ਰ 'ਚ ਤੇ ਹਾਂ ਨਾ, ਜੇ ਤੇਰੀ ਸੰਗਤ ਵਿੱਚ ਬਹਿੰਦੇ ਆ। ਸਤਿਗੁਰ ਕਹਿੰਦੇ ਇੱਕ ਤਰ੍ਹਾਂ ਦੀ ਵੀ ਭਗਤੀ ਮਰਦਾਨਿਆ ਜੀਵਨ ਵਿੱਚ ਆ ਗਈ, ਕੁਲਾਂ ਤਾਰ ਦਿੰਦੀ ਐ। ਸ੍ਰੀ ਮੁਖ ਭੰਨਤ ਭਏ ਤਿਹ ਕਾਲਾ, ਸੁਣੀਏ ਭਗਤ ਪ੍ਰਕਾਰਾ। ਮਰਦ ਕਹਿੰਦੇ ਸੁਣ ਫਿਰ ਮਰਦਾਨਿਆ ਭਗਤ ਨਵੈ ਪ੍ਰਕਾਰਾ। 9 ਤਰ੍ਹਾਂ ਦੀ ਭਗਤੀ ਤੇ 9 ਤਰ੍ਹਾਂ ਦੇ ਭਗਤ ਨੇ। ਧੁਰ ਕੀ ਬਾਣੀ ਪੜ੍ਹਦੇ ਹੋ ਨਾ ਜੀ, ਭਗਤਾਂ ਦੀ ਬਾਣੀ। ਸਾਰੇ ਭਗਤਾਂ ਦਾ ਜੀਵਨ ਅਲੱਗ-ਅਲੱਗ ਹੈ, ਅਲੱਗ-ਅਲੱਗ ਬੇਸ ਹੈ ਉਹਨਾਂ ਦਾ। ਭਗਤ ਕਬੀਰ ਜੀ ਦਾ ਜੀਵਨ ਪੜ੍ਹਿਓ ਤੇ ਭਗਤ ਰਵਿਦਾਸ ਜੀ ਦਾ ਪੜ੍ਹਿਓ, ਅਲੱਗ-ਅਲੱਗ ਹੀ ਚੀਜ਼ਾਂ ਨੇ। ਸੈਣ ਨਾਈ ਦਾ ਜੀਵਨ ਪੜ੍ਹਿਓ ਤੇ ਭਗਤ ਧੰਨੇ ਦਾ ਪੜ੍ਹਿਓ, ਬਿਲਕੁਲ ਹੀ ਡਿਫਰੈਂਟ ਹੈ, ਬਿਲਕੁਲ ਹੀ। ਫਿਰ ਭਗਤ ਫਰੀਦ ਜੀ ਨੂੰ ਪੜ੍ਹ ਕੇ ਵੇਖੋ, ਉਹਨਾਂ ਦੀ ਰਚਨਾ ਹੋਰ ਤਰ੍ਹਾਂ ਦੀ, ਉਹਨਾਂ ਦਾ ਜੀਵਨ ਹੋਰ ਹਿਸਾਬ ਨਾਲ ਚੱਲਦਾ ਹੈ। ਅਲੱਗ-ਅਲੱਗ ਤਰ੍ਹਾਂ ਦੀਆਂ ਭਗਤੀਆਂ ਕੀਤੀਆਂ ਸਭ ਨੇ। ਤੇ ਭਗਤ ਨਾਮਦੇਵ ਜੀ ਵਾਲੇ ਪਾਸੇ ਆ ਜਾਓ, ਉਹ ਕੁੱਤੇ ਪਿੱਛੇ ਵੀ ਪ੍ਰਸ਼ਾਦਾ ਲੈ ਕੇ ਫਿਰਦੇ, ਕਹਿੰਦੇ ਰੱਬਾ ਮੱਖਣ ਤੇ ਲੈ ਜਾ। ਹੁਣ ਤੁਸੀਂ ਦੱਸੋ ਜੀ, ਬਾਕੀ ਭਗਤਾਂ ਦੇ ਜੀਵਨ 'ਚ ਉਹ ਕੁਛ ਆਇਆ? ਬਿਲਕੁਲ ਅਲੱਗ। ਜੋ ਭਗਤ ਨਾਮਦੇਵ ਨਾਲ ਹੋਇਆ ਉਹ ਭਗਤ ਕਬੀਰ ਜੀ ਨਾਲ ਨਹੀਂ ਹੋਇਆ, ਜੋ ਭਗਤ ਕਬੀਰ ਜੀ ਨਾਲ ਹੋਇਆ ਉਹ ਨਾਮਦੇਵ ਨਾਲ ਨਹੀਂ ਹੋਇਆ। ਸਭ ਕੁਛ ਅਲੱਗ, ਅਲੱਗ ਤਰ੍ਹਾਂ ਦੀ ਭਗਤੀ। 9 ਤਰ੍ਹਾਂ ਦੀਆਂ ਭਗਤੀਆਂ ਨੇ ਤੇ 9 ਤਰ੍ਹਾਂ ਦੇ ਭਗਤ ਹੁੰਦੇ ਹਨ। ਜਦੋਂ ਸਤਿਗੁਰ ਸੁਣਾਉਣ ਲੱਗੇ ਤੇ ਭਾਈ ਮਰਦਾਨਾ ਜੀ ਨੇ ਚੌਂਕੜਾ ਲਾਇਆ, ਨੇਤਰ ਬੰਦ ਕੀਤੇ। ਇੱਕ ਇੱਕ ਬਚਨ ਰੱਬ ਦੀ ਰਸਨਾ ਤੋਂ ਸੁਣਦੇ ਨੇ। ਪ੍ਰਿਥਕ ਪ੍ਰਿਥਕ ਹੋ ਭਾਖੋ ਸਭ ਹੀ, ਜੇ ਹੈ ਭਗਤ ਅਚਾਰ। ਭਾਈ ਮਰਦਾਨਾ ਕਹਿੰਦਾ ਮਹਾਰਾਜ ਮੈਨੂੰ ਇੱਕ ਇੱਕ ਭਗਤੀ ਖੋਲ ਕੇ ਸੁਣਾਇਓ ਜੀ, ਇੱਕ ਇੱਕ, ਇਕੱਠੀਆਂ ਨਾ ਦੱਸ ਦਿਓ, ਮੇਰਾ ਭਾਂਡਾ ਬਹੁਤ ਛੋਟਾ ਹੈ, ਇੰਨਾ ਕੁਝ ਚੇਤੇ ਰਹਿਣਾ ਨਹੀਂ। ਸਤ ਸੰਗਤ ਸਮੂਖਾ ਕਰਨੀ, ਮਿਲਤੇ ਕਾਲ ਬਿਤਾਵੇ। ਮਰਦ ਕਹਿੰਦੇ ਪਹਿਲੀ ਭਗਤੀ ਹੈ ਮਰਦਾਨਿਆ, ਸਤ ਸੰਗਤ ਵਿੱਚ ਬੈਠਣਾ। ਸਭ ਤੋਂ ਵੱਡੀ ਭਗਤੀ ਔਰ ਸਭ ਤੋਂ ਔਖਾ ਕੰਮ ਆਖੋ ਸਤਨਾਮ। ਦੂਜਾ ਸੰਗਤ ਦੀ ਘਾਲ ਕਮਾਈ ਕਰਨੀ, ਘਾਲ ਸੇਵਾ। ਸੰਗਤ ਦੇ ਜੋੜੇ ਝਾੜਨੇ, ਸੰਗਤ ਦੀਆਂ ਚਾਦਰਾਂ ਝਾੜਨੀਆਂ, ਸੰਗਤ ਦੇ ਬਰਤਨ ਮਾਂਜਣੇ ਤੇ ਸੰਗਤਾਂ ਦੇ ਚਰਨ ਘੁੱਟਣੇ। ਇਹ ਸੰਗਤ ਦੀ ਸਰੁੱਤ ਨਾਮ ਹੈ ਸੇਵਾ ਦਾ। ਹੁਣ ਸੇਵਾ ਮਨ ਕਰਕੇ ਵੀ ਹੈ, ਤਨ ਕਰਕੇ ਵੀ ਹੈ, ਧਨ ਕਰਕੇ ਵੀ ਹੈ। 3 ਤਰ੍ਹਾਂ ਦੀ ਸੇਵਾ ਹੈ ਸੰਗਤ ਦੀ। ਹੁਣ ਸੰਗਤ ਕਈ ਤਰ੍ਹਾਂ ਦੀ ਹੈ, ਇੱਕ ਹੈ ਸੰਗਤ, ਇੱਕ ਹੈ ਸਤ ਸੰਗਤ, ਇੱਕ ਹੈ ਸਾਧ ਸੰਗਤ। ਇਹ ਵੀ ਅਲੱਗ-ਅਲੱਗ ਨੇ, ਪਰ ਭੇਦ ਰਸ ਤੇ ਲਾਈਨ ਇੱਕੋ ਹੀ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਪਹਿਲੀ ਹੈ ਸੰਗਤ ਕਰਨੀ। ਸੰਗਤ ਕਿਹਨੂੰ ਕਹਿੰਦੇ ਆ? ਇਕੱਠ ਨੂੰ ਕਹਿੰਦੇ ਸੰਗਤ ਨਹੀਂ। ਤੁਸੀਂ ਘਰ ਬੈਠੇ ਹੋ, ਤੁਹਾਡੇ ਕੋਲ 2 ਰੱਬ ਦੇ ਪਿਆਰੇ ਆ ਗਏ, ਬਹਿ ਕੇ ਰੱਬ ਦੀ ਗੱਲ ਸ਼ੁਰੂ ਕੀਤੀ, ਉਹ ਬਣ ਗਈ ਸੰਗਤ। ਘਰੇ ਬੈਠੇ, ਚਾਹੇ ਗੁਰਦੁਆਰੇ ਹੋ ਚਾਹੇ ਘਰ ਹੋ, ਸੰਗਤ ਨੂੰ ਕਹਿੰਦੇ ਆ ਜਿੱਥੇ ਇੱਕ ਤੋਂ ਵੱਧ ਕੇ, ਮਹਾਰਾਜ ਲਿਖਦੇ ਆ ਇੱਕ ਸਿੱਖ, ਜਿੱਥੇ ਇੱਕੋ ਜਣਾ ਉਹ ਸਿੱਖ ਹੋਏਗਾ, 2 ਸਾਧ ਸੰਗਤ। ਤੁਸੀਂ 2 ਬੰਦੇ ਬਹਿ ਕੇ ਰੱਬ ਦੀ ਗੱਲ ਕਰਦੇ ਹੋ, ਸਾਧ ਸੰਗਤ ਬਣ ਗਈ। ਜੇ 5 ਜਣੇ ਆ, 5 ਹੀ ਪਰਮੇਸ਼ਰ। 5 ਬਹਿ ਕੇ ਕਹਿੰਦੇ ਪਰਮਾਤਮਾ ਬੈਠਾ ਹੈ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਬਚਨ ਨੇ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਜਦੋਂ ਸੰਗਤ ਕਰਦੇ ਹੋ ਨਾ, ਤੁਹਾਡੇ ਕੋਈ ਘਰ ਆ ਗਿਆ, ਰੱਬ ਦੀ ਗੱਲ ਸੁਣੀ, ਜਾਂ ਤੁਸੀਂ ਕਿਸੇ ਨਾਲ ਸਫ਼ਰ 'ਚ ਬਹਿ ਕੇ ਰੱਬ ਦੀਆਂ ਗੱਲਾਂ ਕੀਤੀਆਂ, ਜਾਂ ਤੁਸੀਂ ਗੁਰੂ ਘਰ ਬੈਠੇ ਉੱਥੇ ਕੋਸ਼ਿਸ਼ ਕੀਤੀ ਵੀ ਇਹਨੇ ਮੈਨੂੰ ਰੱਬ ਦੀ ਗੱਲ ਸੁਣਾਈ, ਮੈਂ ਇਹਨੂੰ ਸੁਣਾਈ, ਇਹਨੂੰ ਹੁਣ ਮੈਂ ਭੁੱਖਾ ਪਿਆਸਾ ਨਹੀਂ ਜਾਣ ਦੇਣਾ, ਇਹਨੂੰ ਭੋਜਨ ਛਕਾਵਾਂ। ਉਹਨੂੰ ਕਹਿੰਦੇ ਕਾਲ। ਮਰਦ ਲਿਖਦੇ ਆ ਨਾ, ਕਾਲ ਖਾਏ ਕਿਛ ਹੱਥੋਂ ਦੇ। ਮਰਦ ਕੀ ਇਹ ਆਖ ਰਹੇ ਆ, ਨਾਨਕ ਰਾਹ ਪਛਾੜੈ ਸੇ। ਕਹਿੰਦੇ ਰਾਹ ਉਹ ਪਛਾਣਿਆ ਜਾਣਾ ਜਿੱਥੇ ਆਪ ਘਾਲ ਕਮਾਈ ਕਰੇਗਾ। ਦੁਨਿਆਵੀ ਕਮਾਈ ਦਾ ਜ਼ਿਕਰ ਨਹੀਂ ਗੁਰੂ ਸਾਹਿਬ ਕਰਦੇ। ਕਾਲ ਕਾਹਦੀ? ਸੰਗਤ ਦੀ ਕਾਲ। ਕਿਸੇ ਯਾਤਰਾ ਤੇ ਜਾ ਰਹੇ ਹੋ, ਤੁਸੀਂ ਆਪ ਤੁਹਾਡਾ ਖਾਣ ਨੂੰ ਕੁਝ ਚਿੱਤ ਕੀਤਾ, ਬਾਕੀ ਸੰਗਤ ਨੂੰ ਛਕਾਤਾ। ਇਹ ਕੀ ਹੈ? ਸੇਵਾ, ਸੰਗਤ ਦੀ ਸੇਵਾ, ਹੱਥੀ ਸੇਵਾ। ਤੇ ਸੰਗਤ ਵਿੱਚ ਬਹਿ ਕੇ ਰੱਬ ਨੂੰ ਹਾਜ਼ਰ ਜਾਣ ਕੇ ਬਚਨ ਸੁਣਨੇ।
ਵੀ ਜੋ ਰੱਬ ਦਾ ਪਿਆਰਾ ਸੁਣਾਉਂਦਾ ਉਹ ਰੱਬ ਦੀ ਰਸਨਾ ਹੈ। ਉਹ ਭਾਵੇਂ ਗੁਰਦੁਆਰਾ ਹੈ, ਮੰਦਿਰ ਹੈ, ਮਸਜਿਦ ਹੈ, ਕੋਈ ਥਾਂ ਏ, ਖੁੱਲਾ ਗਰਾਊਂਡ ਹੈ, ਕੋਈ ਪਹਾੜ ਦੀ ਚੋਟੀ ਤੇ ਬਹਿ ਕੇ ਵੀ ਰੱਬ ਦੀ ਗੱਲ ਕਰਦਾ, ਦੋ ਬੰਦੇ ਬੈਠੇ ਤੇ ਉਹ ਵੀ ਸੰਗਤ ਹੈ। ਹੁਣ ਭਾਈ ਲਾਲੋ ਕਿਹੜੀ ਸੰਗਤ ਕਰਦੇ ਆ ਜੀ? ਉਦੋਂ ਤੇ ਨਾ ਤੇ ਕਿਤੇ ਕਥਾ ਹੁੰਦੀ ਸੀ, ਨਾ ਕਿਤੇ ਕੀਰਤਨ ਹੁੰਦਾ ਸੀ, ਨਾ ਇਹ ਪ੍ਰਚਲਨ ਸੀ। ਫਿਰ ਗੁਰੂ ਸਾਹਿਬ ਉਸ ਵੇਲੇ ਗੱਲ ਕਰਦੇ ਨੇ, ਚਲੋ ਅੱਜ ਆਪਾਂ ਸੋਚ ਲਾਂਗੇ ਵੱਡੇ ਵੱਡੇ ਗੁਰਦੁਆਰੇ ਬਣੇ, ਸੰਗਤਾਂ ਦੀ ਭੀੜ ਹੈ। ਇਹ ਸਤ ਸੰਗਤ ਹੈ, ਜਿੱਥੇ ਸਤ ਦੀ ਗੱਲ ਹੋਵੇ, ਜਿੱਥੇ ਰੱਬ ਦੀ ਗੱਲ ਹੋਵੇ, ਘਰ ਵੀ ਉਹ ਮੰਦਿਰ ਹੈ, ਗੁਰਦੁਆਰਾ ਹੈ, ਗੁਰਦੁਆਰਾ ਵੀ ਰੱਬ ਦਾ ਘਰ ਹੈ। ਉਹ ਹਰ ਥਾਂ ਹੀ ਪਵਿੱਤਰ ਹੈ। ਤੁਸੀਂ ਪਾਰਕ ਵਿੱਚ ਬਹਿ ਕੇ ਰੱਬ ਦੀ ਗੱਲ ਕਰੋ, ਉਹ ਵੀ ਸੰਗਤ ਹੈ। ਮਰਦ ਕਹਿੰਦੇ ਭਾਈ ਇਹ ਉਹ ਸੰਗਤ ਕਰਦਾ ਹੈ, ਉਹ ਪ੍ਰਤੱਖ ਹੈ। ਗੁਰੂ ਨਾਨਕ ਸਾਹਿਬ ਆਏ, ਭਾਈ ਮਰਦਾਨਾ ਜੀ ਆਏ, ਉਹਨੇ ਕੁਛ ਨਹੀਂ ਪੁੱਛਿਆ, ਕਹਿੰਦਾ ਬਾਬਾ ਜੀ ਮੈਂ ਪਹਿਲਾਂ ਪ੍ਰਸ਼ਾਦਾ ਲੈ ਆਵਾਂ। ਆਖੋ ਸਤਨਾਮ। ਪਤਾ ਨਹੀਂ ਕਿੱਥੋਂ ਲੈ ਕੇ ਆਉਣਗੇ, ਕਿਵੇਂ ਲੈ ਕੇ ਆਉਣਗੇ, ਘਰ ਰੋਟੀ ਨਹੀਂ ਪੱਕਦੀ, ਇਕੱਲੇ ਰਹਿੰਦੇ ਬੜੇ ਔਖੇ ਆ। ਪ੍ਰਸ਼ਾਦਾ। ਮਰਦ ਕਹਿੰਦੇ ਮਰਦਾਨਿਆਂ ਇਹ ਸਭ ਤੋਂ ਵੱਡੀ ਸੇਵਾ ਏ, ਸਭ ਤੋਂ ਵੱਡੀ ਭਗਤੀ ਹੈ। ਸੰਗਤ ਚੋਂ ਕੋਈ ਭੁੱਖਾ ਪਿਆਸਾ ਜਾਵੇ ਨਾ, ਸੰਗਤ ਦੀ ਸੇਵਾ ਨਿਰੰਕਾਰ ਦੀ ਸੇਵਾ ਹੁੰਦੀ ਹੈ। ਹਰ ਗੁਰ ਕੋ ਇਤਿਹਾਸ ਸੁਨੀਜੈ, ਮਾਨੇ ਕਾਗਰ ਲਾਵੇ। ਦੂਜੀ ਭਗਤੀ ਕਹਿੰਦੇ ਗੁਰੂ ਦਾ ਇਤਿਹਾਸ ਸੁਣਨਾ, ਇਤਿਹਾਸ ਦੀ ਕਥਾ ਸੁਣਨੀ, ਜੋ ਗੁਰੂ ਸਾਹਿਬਾਨ ਨੇ ਕੀਤਾ, ਮਨ ਇਕਾਗਰ ਕਰਕੇ ਸੁਣਨਾ। ਕਹਿੰਦੇ ਭਗਤੀ ਚੋਂ ਇਹ ਵੱਡੀ ਦੂਜੀ ਭਗਤੀ। ਆਖੋ ਸਤਨਾਮ। ਪਹਿਲੀ ਸੰਗਤ ਕਰਨੀ ਜੀ, ਦੂਜੀ ਕਥਾ ਸੁਣਨੀ, ਗੁਰਬਾਣੀ ਦੀ, ਇਤਿਹਾਸ ਦੀ, ਧਾਰਮਿਕ ਬਿਰਤੀਆਂ ਦੀ, ਜਿਹੜੀ ਜੋੜਨ ਵਾਲੀ ਹੈ। ਸੋ ਸਮਾਂ ਸਮਾਪਤ ਹੈ। ਜਿਵੇਂ ਜਿਵੇਂ ਸਤਿਗੁਰ ਕਿਰਪਾ ਕਰਨਗੇ ਆਉਣ ਵਾਲੇ ਦਿਨਾਂ 'ਚ ਇਸ ਪਾਵਨ ਕਥਾ ਦਾ ਆਨੰਦ ਮਾਣਦੇ ਜਾਵਾਂਗੇ। ਵਾਹਿਗੁਰੂ 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 ਵਾਹਿਗੁਰੂ।